ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਡੀ ਆਵਾਜ਼ ਆ ਰਹੀ ਪ੍ਰੋਪਰ? हाँ सर। ओके। हाँ जी दोस्तों, सत श्री अकाल। बहुत बहुत खुशी हो रही है, एक्साइटमेंट है सानू कि अज विनोद जी की टीम वास्ते सानू टाइम मिलिया, असी आपस में कम्युनिकेट कर रहे हैं। बहुत ही खुशी हुंदी है जदों असी किन्ने सालां बाद किसी टीम नू टाइम दिंदे आ तो एक्साइटमेंट की हद नहीं रहिंदी, क्योंकि दोस्तों इस बिजनेस की यही खूबी हैगी आ कि ਆਪਾਂ ਇੱਕ ਵਾਰੀ ਕੰਮ ਕਰਕੇ ਫਿਰ ਬਾਅਦ ਚ ਜਦੋਂ ਐਸੈਟ ਬਣ ਜਾਂਦਾ, ਲੀਡਰਸ ਆਪਣੀ ਟੀਮ ਚ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਅਸੀਂ ਉੱਥੋਂ ਫ੍ਰੀ ਹੋ ਜਾਂਦੇ ਆ। ਮੇਰਾ ਨਾਮ ਗੁਰਸੇਵਕ ਸਿੰਘ, ਮੈਂ ਬੇਸਿਕਲੀ ਕੰਪਿਊਟਰ ਇੰਜੀਨੀਅਰ ਹਾਂ ਔਰ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਇਹ ਸੈਸ਼ਨ ਜਿਹੜਾ ਹੈਗਾ ਬੜੇ ਹੀ ਅਸੀਂ ਕੋਈ ਸਪੀਚ ਨਹੀਂ ਦੇਣੀ ਤੁਹਾਨੂੰ, ਤੁਸੀਂ ਲਗਭਗ ਸਾਰੇ ਹੀ ਸਾਨੂੰ ਜਾਣਦੇ ਹੋ। ਅਸੀਂ ਗੱਲਾਂ ਬਾਤਾਂ ਹੀ ਕਰਨੀਆਂ, ਤੁਹਾਡੀਆਂ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸਾਡਾ ਇੱਕ ਮਕਸਦ ਹੋਏਗਾ ਕਿ ਅਸੀਂ ਤੁਹਾਡੇ ਅੰਦਰ ਹੋਰ ਵੱਡਾ ਵਿਸ਼ਵਾਸ ਪਾ ਸਕੀਏ ਕਿ ਆਪਾਂ ਆਪਣੇ ਸੁਪਨੇ ਕਿੱਦਾਂ ਪੂਰੇ ਕਰ ਸਕਦੇ ਹਾਂ, ਕਿੱਦਾਂ ਆਪਾਂ ਜਿਹੜੇ ਡ੍ਰੀਮਸ ਨੂੰ ਲੈ ਕੇ ਅੱਗੇ ਚੱਲੇ ਹੋਏ ਆ ਉਹਨਾਂ ਡ੍ਰੀਮਸ ਤੱਕ ਆਪਾਂ ਕਿਵੇਂ ਪਹੁੰਚ ਸਕਦੇ ਹਾਂ। ਸਾਡਾ ਅੱਜ ਇਹ ਗੋਲ ਹੋਏਗਾ ਔਰ ਮੈਂ 100% ਸ਼ੋਰ ਹੈਗਾ, ਮੈਨੂੰ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਹੈਗਾ ਕਿ ਅੱਜ ਜੋ ਵੀ ਇਨਸਾਨ ਇੱਥੋਂ ਅੱਜ ਦੀ ਮੀਟਿੰਗ ਦੇ ਵਿੱਚ ਆਪਣੇ ਆਪ ਨੂੰ ਓਪਨ ਮਾਈਂਡਡ ਰੱਖੇਗਾ ਉਹ ਹਰ ਹਾਲਤ ਦੇ ਵਿੱਚ ਆਪਣੇ ਸੁਪਨਿਆਂ ਤੱਕ ਪਹੁੰਚੇਗਾ। क्योंकि बेसिकली इंसान की जिंदगी बदलने दे लई कुछ भी होर इंपॉर्टेंट नहीं है जिन्ना इंपॉर्टेंट उहदा अपना थॉट हुंदा दोस्तों। इस करके जिस थॉट दे नाल अज तुसीं इत्थे बैठोगे, तुसीं मैनूं हज़ारां वारी सुनिया होगा, बलजीत नूं ते मैनूं हज़ारां वारी सुनिया होगा, लेकिन जिस तरह विनोद जी कह रहे सी कि अज कुछ खास है, क्योंकि हर वो दिन खास हुंदा जिस दिन तुहाडा माइंड ओपन होके तुहाडे अंदर कोई ड्रीम कंसीव हो जाए और तुहाडे अंदर विश्वास वध जाए और तुहानूं ये लगन लग जाए कि आई कैन डू इट। अगर वो इंसान कर सकता तो मैं भी कर सकदा, वो दिन खास हुंदा। इस करके अज वो दिन हैगा कि अज अपने वास्ते खास होने वाला। सो अज असीं गल्लां बातां करांगे। फर्स्ट सैशन दे विच असीं अपनी कुछ बैकग्राउंड बारे दस दिआंगे, जिन्हां नूं जिहड़े दोस्त नवें हैगे उन्हां वास्ते थोड़ी इंट्रोडक्शन हो जाएगी और ਤੇ ਨਾਲ ਹੀ ਫਿਰ ਅਸੀਂ ਗੱਲਬਾਤ ਕਰਾਂਗੇ ਇਸ ਬਿਜ਼ਨਸ ਦੇ ਵਿੱਚ ਅਸੀਂ ਕੀ ਕੀਤਾ ਤੇ ਤੁਸੀਂ ਕਿਹੜੇ ਕੰਮ ਫੋਲੋ ਕਰਕੇ ਅੱਗੇ ਵਧ ਸਕਦੇ। ਜਿਸ ਤਰ੍ਹਾਂ ਮੈਂ ਗੱਲ ਕੀਤੀ, ਮੇਰਾ ਨਾਮ ਗੁਰਸੇਵਕ ਸਿੰਘ, ਕੰਪਿਊਟਰ ਇੰਜੀਨੀਅਰ ਹੈ। ਸਾਡੀ ਅਗਰ ਬੈਕਗ੍ਰਾਉਂਡ ਦੀ ਗੱਲ ਕਰੀਏ, ਵੀ ਆਰ ਟਿਪੀਕਲ ਮਿਡਲ ਕਲਾਸ ਪੀਪਲ, ਮਤਲਬ ਵੀ ਵਰ ਟਿਪੀਕਲ ਮਿਡਲ ਕਲਾਸ ਪੀਪਲ। ਅੱਜ ਦੀ ਡੇਟ ਦੇ ਵਿੱਚ ਅਸੀਂ ਮਿਡਲ ਕਲਾਸ ਨਹੀਂ ਹੈ। ਕਿਉਂ ਨਹੀਂ ਹੈਗੇ ਦੋਸਤੋ? ਕਿਉਂਕਿ ਸਾਡਾ ਮਾਈਂਡ ਸੈਟ ਜਿਹੜਾ ਹੈਗਾ ਉਹ ਮਿਡਲ ਕਲਾਸ ਦੇ ਸਰਕਲ ਦੇ ਵਿੱਚੋਂ ਨਿਕਲ ਕੇ ਇੱਕ ਹੋਰ ਕਲਾਸ ਦੇ ਵਿੱਚ ਚਲਾ ਗਿਆ। वो ऐसी क्लास हैगी है जिथे फ्रीडम हैगी आ, जिथे इंजॉयमेंट हैगी है, जिथे बहुत अच्छे दोस्त ने, जिथे पॉजिटिविटी हैगी है। सो सर्कल ही वखरा हैगा। सो अज असीं उही गल्लां करनियां ने कि किवें आपां एक ऑर्डिनरी परसन हुंदे होए एक एक्सट्रा ऑर्डिनरी सर्कल दे विच पहुंच सकदे हां। सो पहलां बलजीत तुहाडे नाल गल करनगे, उस तो बाद फिर मैं अगे गल करांगा। हाँ जी, सारिਆਂ ਨੂੰ सत श्री अकाल मेरे वालों। और बहुत अच्छा लग रहा है कि इन्नी देर बाद ਆਪਾਂ एक दूजे ਨਾਲ कम्युनिकेट कर रहे हैं और ਸਾਨੂੰ बहुत ਅਸੀਂ परमात्मा ਦਾ ਸ਼ੁਕਰ ਕਰਦੇ ਹਾਂ कि ਅਸੀਂ ਐਮਵੇ ਬਿਜ਼ਨਸ ਦੇ ਵਿੱਚ ਆ ਜਿਹਦੇ ਬਦੌਲਤ ਸਾਨੂੰ ਇੰਨੇ ਅੱਛੇ ਫਰੈਂਡਸ ਮਿਲੇ ਆ, ਵਿਨੋਦ ਫਤਿਹਪ੍ਰਿਆ ਐਂਡ ਸਮਿਤਾ ਫਤਿਹਪ੍ਰਿਆ। ਅਦਰਵਾਈਜ਼ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ। ਸਾਨੂੰ ਮਤਲਬ ਅਗਰ ਅਸੀਂ ਇਸ ਬਿਜ਼ਨਸ 'ਚ ਨਾ ਹੁੰਦੇ ਤਾਂ ਇਹ ਇੰਨਾ ਵਧੀਆ ਕਪਲ, ਇੰਨੀ ਵਧੀਆ ਫੈਮਿਲੀ ਦੇ ਨਾਲ ਸਾਡਾ ਇੰਨਾ ਅੱਛਾ ਬੌਂਡ ਨਾ ਬਣ ਪਾਉਂਦਾ। ਜਾਂ ਸਾਡੇ ਮੈਂਟਰ ਸਤਿੰਦਰ ਭਾਜੀ, ਪਰਮਿੰਦਰ ਦੀਦੀ, ਡਾਕਟਰ ਪੰਦੇਰ ਐਂਡ ਮੈਡਮ ਪੰਦੇਰ, ਅਸੀਂ ਉਹਨਾਂ ਨੂੰ ਵੀ ਮਤਲਬ ਇੰਨਾ ਅੱਛਾ, ਇੰਨਾ ਕਲੋਜ਼ ਰਿਲੇਸ਼ਨ ਨਾ ਬਣ ਪਾਉਂਦਾ। ਸਾਰਾ ਕੁਛ ਹੀ ਐਮਵੇ ਬਿਜ਼ਨਸ ਕਰਕੇ। ਸੋ ਇਹ ਬਿਜ਼ਨਸ ਜਿਹੜਾ ਹੈਗਾ ਅਗਰ ਆਪਾਂ ਸ਼ੇਅਰ ਕਰੀਏ, ਕਹਿਣ ਨੂੰ ਮਤਲਬ ਇੰਨਾ ਵੱਡਾ ਬਿਜ਼ਨਸ ਹੈ ਕਿ ਜਿਹਨੂੰ ਆਪਾਂ ਸ਼ਬਦਾਂ 'ਚ ਐਕਸਪਲੇਨ ਨਹੀਂ ਕਰ ਸਕਦੇ, ਲੇਕਿਨ ਕਰਨਾ ਬਹੁਤ ਸਿੰਪਲ ਆ। ਬਹੁਤ ਛੋਟੇ ਛੋਟੇ ਕੰਮ ਇਸ ਲਈ ਕਰਨੇ ਪੈਂਦੇ ਨੇ, ਬਟ ਰਿਵਾਰਡਸ ਜਿਹੜੇ ਹੈਗੇ ਨੇ ਉਹ ਅਨਮੈਚੇਬਲ ਰਿਵਾਰਡਸ ਨੇ, ਜਿਨ੍ਹਾਂ ਨੂੰ ਆਪਾਂ ਕੋਈ ਪ੍ਰਾਈਸ ਟੈਗ ਲਗਾ ਹੀ ਨਹੀਂ ਸਕਦੇ। ਅਗਰ ਇਸ ਬਿਜ਼ਨਸ ਦੇ ਰਿਵਾਰਡਸ ਦੀ ਗੱਲ ਕਰਾਂ ਤਾਂ ਅਸੀਂ ਮਤਲਬ ਜੋ ਅਸੀਂ ਖੁਦ ਫੀਲ ਕਰ ਰਹੇ ਹਾਂ ਉਹ ਅਸੀਂ ਤੁਹਾਨੂੰ ਸ਼ਬਦਾਂ 'ਚ ਨਹੀਂ ਦੱਸ ਸਕਦੇ ਕਿ ਕੀ ਚੇਂਜ ਸਾਡੇ ਅੰਦਰ ਆਇਆ, ਕੀ ਚੇਂਜ ਸਾਡੀ ਲਾਈਫ ਦੇ ਅੰਦਰ ਆਇਆ, ਕੀ ਚੇਂਜ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਦੇ ਅੰਦਰ ਆਏਗਾ। ਤਾਂ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਹਨਾਂ ਨੂੰ ਤੁਸੀਂ ਮਤਲਬ ਵੀ ਆਰ ਸਪੀਚਲੈਸ।
बट ये बिजनेस जिहड़ा करना बहुत सिंपल है। सिंपल काम आपां करदे हां। अगर ਅਸੀਂ अपनी बैकग्राउंड की गल करिए, ਅਸੀਂ दोनों ही बड़ी हंबल जी बैकग्राउंड ਨੂੰ बिलोंग करदे हां। मेरे फादर पंजाब स्टेट इलैक्ट्रिसिटी बोर्ड च एम्प्लॉय सी, मदर मेरे हाउस वाइफ, और मैं इंजीनियरिंग की गुरु नानक देव इंजीनियरिंग कॉलेज ਤੋਂ। टिपिकल रूरल फैमिली पिंड ਦੇ ਵਿੱਚ ਰਹਿਣ ਵਾਲੀ ਹੈ ਨਾ। ਤੇ ਔਰ ਉਸ ਤੋਂ ਬਾਅਦ ਮੈਂ पोस्ट ग्रेजुएशन की कंप्यूटर साइंस ਦੇ ਵਿੱਚ एग्रीकल्चर यूनिवर्सिटी ਤੋਂ, और देन MBA फाइनेंस किया मैं कुरुक्षेत्र यूनिवर्सिटी, और फिर जॉब भी गुरु नानक देव इंजीनियरिंग कॉलेज ਦੇ ਵਿੱਚ ਹੀ ਕੀਤੀ। दीदी ਤੁਹਾਡੀ ਆਵਾਜ਼ ਵਿਚਕਾਰ ਮਿਸ ਹੁੰਦੀ ਹੈ, ਆਵਾਜ਼ ਸਲੋ ਹੋ ਜਾਂਦੀ ਹੈ ਵਿਚਕਾਰ ਤੇ ਆਵਾਜ਼ ਕਈ ਵਾਰ ਮਿਸ ਹੁੰਦੀ ਹੈ। ਜੇ ਬੈਟਰ ਹੋ ਸਕਦੀ ਹੈ ਤਾਂ ਥੋੜਾ ਧਿਆਨ ਰੱਖਣਾ। ओके ओके। ਤੇ ਆਪਣੀ ਪ੍ਰੋਫੈਸ਼ਨਲ ਲਾਈਫ ਅਸੀਂ ਸਟਾਰਟ ਕੀਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ। ਮੈਂ ਜੌਬ ਕੀਤੀ। ਉਸ ਤੋਂ ਬਾਅਦ ਅਸੀਂ ਆਪਣਾ ਮਤਲਬ ਇੱਕ ਐਂਟਰਪ੍ਰੀਨਿਓਰਸ਼ਿਪ ਵਾਲਾ ਮਾਈਂਡ ਸੀਗਾ ਕਿ ਕੁਝ ਡਿਫਰੈਂਟ ਕਰਨਾ ਹੈ ਨਾ। ਇੱਕ ਸ਼ੁਰੂ ਤੋਂ ਹੀ ਇੱਕ ਅੱਜ ਜੀ ਰਹਿੰਦੀ ਸੀ ਕਿ ਇੱਕ ਰੂਟੀਨ ਲਾਈਫ ਨਹੀਂ ਜਿਉਣੀ, ਕੁਝ ਅਲੱਗ ਕਰਨਾ ਹੈ ਨਾ। ਤੇ ਜਦੋਂ ਸਾਡੀ ਮੈਰਿਜ ਹੋਈ ਤਾਂ ਉਦੋਂ ਸਿਰਫ ਵੀ ਕੰਪਿਊਟਰ ਇੰਜੀਨੀਅਰ ਸੀ, ਇਹ ਵੀ ਪ੍ਰਾਈਵੇਟ ਜੌਬ ਦੇ ਵਿੱਚ ਸੀਗੇ। ਬਟ ਅਸੀਂ ਆਪਣਾ ਬਿਜ਼ਨਸ ਸਟਾਰਟ ਕੀਤਾ और अपने बिजनेस के बहुत मेहनत की, उसनू बहुत अच्छा लैवल ते लैके गए। देन जदों साडे कोल MBA बिजनेस अपॉर्चुनिटी आई, उस टाइम ते असीं काफ़ी बिजी सीगे, बट असीं उस बिजनेस दे विचों एक मतलब एक इहो जिहे पॉइंट ते पहुंच चुके सीगे कंप्यूटर बिजनेस दे विच, जिथे सानू इदां लगदा सी कि ये वो रस्ता नहीं हैगा, ये सही ट्रैक नहीं हैगा जिहदे ते साडे ड्रीम्स पूरे हो सकन। बेशक ਅਸੀਂ ਉਹਨੂੰ ਪੈਸ਼ਨੇਟਲੀ ਕਰ ਰਹੇ ਸੀ, ਬੇਸ਼ੱਕ ਅਸੀਂ ਉਹਨੂੰ ਬਹੁਤ ਡੈਡੀਕੇਸ਼ਨ ਦੇ ਨਾਲ ਕਰ ਰਹੇ ਸੀਗੇ, ਸਾਨੂੰ ਅੱਛੇ ਰਿਜ਼ਲਟ ਵੀ ਆ ਰਹੇ ਸੀ, ਬਟ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਫਰਸਟ੍ਰੇਸ਼ਨ ਸੀਗੀ ਕਿ ਕੁਝ ਬੈਟਰ ਹੋਣਾ ਚਾਹੀਦਾ। ਬਟ ਜਦੋਂ ਇਹ MBA ਪਲਾਨ ਅਸੀਂ ਦੇਖਿਆ ਤਾਂ ਸਮਝ ਨਹੀਂ ਆਇਆ ਬਿਲਕੁਲ ਵੀ। ਅਸੀਂ ਬਲਕਿ ਪਹਿਲੀ ਨਜ਼ਰੇ ਤਾਂ ਮੈਂ ਇਹਨੂੰ ਰਿਜੈਕਟ ਹੀ ਕੀਤਾ ਕਿ ਆਲਰੇਡੀ ਅਸੀਂ ਇੰਨੇ ਬਿਜ਼ੀ ਹੈਗੇ ਆ ਤੇ ਹੋਰ ਕੋਈ ਓਪਰਚੁਨਿਟੀ ਦੇਖਾਂਗੇ ਤਾਂ ਸਾਡੀ ਫੈਮਿਲੀ ਲਾਈਫ ਦਾ ਜਿਹੜਾ ਟਾਈਮ ਹੈਗਾ ਉਹ ਬਿਲकुल ही खत्म हो जाएगा। लेकिन ਜਦੋਂ ਸਾਨੂੰ ਡਾਕਟਰ ਪੰਦੇਰ ਔਰ ਸਤਿੰਦਰ ਭਾਜੀ ਨੇ ਸਿਸਟਮ ਦੇ ਨਾਲ ਪਲੱਗ ਇਨ ਕੀਤਾ, ਬ੍ਰਿਟ ਵਰਲਡ ਐਜੂਕੇਸ਼ਨ ਸਿਸਟਮ ਦੇ ਨਾਲ ਨਾ, ਦੈਨ ਅਸੀਂ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਉਂਕਿ ਮੀਟਿੰਗ ਜਿਹੜੀਆਂ ਆਪਣੀਆਂ ਹੈਗੀਆਂ ਨੇ, ਇਹ ਤਾਂ ਤੁਸੀਂ ਸਾਰੇ ਹੀ ਮਹਿਸੂਸ ਕਰਦੇ ਹੋਵੋਗੇ ਕਿ ਇਸ ਬਿਜ਼ਨਸ ਦੀ ਜਿਹੜੀ ਐਸੋਸੀਏਸ਼ਨ ਹੈ ਉਹ ਬਹੁਤ ਹੀ ਪਿਆਰੀ ਐਸੋਸੀਏਸ਼ਨ ਹੈ। ਅਗਰ ਕੋਈ ਡ੍ਰੀਮਰ ਬੰਦਾ ਹੈਗਾ, ਪੋਜ਼ਿਟਿਵ ਬੰਦਾ ਹੈਗਾ, ਤਾਂ ਉਹ ਇਸ ਐਸੋਸੀਏਸ਼ਨ ਤੋਂ ਬਾਹਰ ਨਿਕਲਣਾ ਗਵਾਰਾ ਹੀ ਨਹੀਂ ਕਰ ਸਕਦਾ। ਤਾਂ ਵੀ ਲਵ ਦਿਸ ਐਸੋਸੀਏਸ਼ਨ, ਔਰ ਇਸ ਐਸੋਸੀਏਸ਼ਨ ਦਾ ਪਾਰਟ ਬਣਦੇ ਬਣਦੇ ਅਸੀਂ ਸਕਸੈਸਫੁਲ ਹੋਏ ਨਾ। ਇਸ ਬਿਜ਼ਨਸ ਦੇ ਵਿੱਚ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮਤਲਬ ਉਹ ਚੇਂਜਸ ਮੈਂ ਪਹਿਲਾਂ ਦੇ ਨਾਲੋਂ ਇੱਕ ਬੈਟਰ ਪਰਸਨ ਦੇ ਤੌਰ ਤੇ ਮਤਲਬ ਆਪਣੇ ਅੰਦਰ ਮਹਿਸੂਸ ਕਰਦੀ। ਮੈਂ ਪਹਿਲਾਂ ਨਾਲੋਂ ਜ਼ਿਆਦਾ ਕੌਨਫੀਡੈਂਟ ਹਾਂ, ਮੈਂ ਪਹਿਲੇ ਨਾਲੋਂ ਜ਼ਿਆਦਾ ਐਕਸਾਈਟਡ ਹਾਂ ਲਾਈਫ ਦੇ ਪ੍ਰਤੀ। ਪਹਿਲਾਂ ਨਾਲੋਂ ਜ਼ਿਆਦਾ ਵੱਡੇ ਡ੍ਰੀਮ ਨੇ ਸਾਡੇ, ਹੈ ਨਾ। ਪਹਿਲਾਂ ਨਾਲੋਂ ਜ਼ਿਆਦਾ ਆਰਗੇਨਾਈਜ਼ ਆਪਣੇ ਆਪ ਨੂੰ ਫੀਲ ਕਰਦੇ। ਮਤਲਬ ਕਹਿਣ ਦਾ ਮਤਲਬ ਕਿ ਅੰਦਰ ਜਿਹੜੇ ਚੇਂਜਸ ਆਏ ਨੇ ਉਹੀ ਤੁਹਾਡੀ ਲਾਈਫ ਦੇ ਵਿੱਚ ਬਾਹਰ ਰਿਫਲੈਕਟ ਹੁੰਦੇ, ਔਰ ਉਹ ਇਸ ਬਿਜ਼ਨਸ ਦੀ ਐਸੋਸੀਏਸ਼ਨ ਕਰਕੇ। ਤੇ ਅਗਰ ਆਪਾਂ ਇਸ ਦੇ ਸਕੋਪ ਦੀ ਗੱਲ ਕਰੀਏ ਨਾ, ਆਪਾਂ ਹਰ ਕਿੰਨੀ CD ਸੁਣ ਚੁੱਕੇ ਹਾਂ, ਕਿੰਨੇ ਵੱਡੇ ਫੰਕਸ਼ਨਸ ਅਟੈਂਡ ਕਰਦੇ ਆ, ਤਾਂ ਉਹਦੇ ਅੰਦਰ ਜਾ ਕੇ ਸਾਨੂੰ ਇਹੀ ਮਹਿਸੂਸ ਹੁੰਦਾ ਕਿ ਅਗਰ ਇੰਨੇ ਲੋਕ ਕਾਮਯਾਬ ਹੋ ਸਕਦੇ ਨੇ, ਇੰਨੇ ਲੋਕਾਂ ਦੀ ਲਾਈਫ ਚੇਂਜ ਹੋ ਸਕਦੀ ਆ, ਤਾਂ ਵਾਈ ਨਾਟ ਅਸ, ਕਿ ਸਾਡੇ ਵਿੱਚ ਕੀ ਕਮੀ ਹੋ ਸਕਦੀ। ਅਸੀਂ ਹਮੇਸ਼ਾ ਹੀ ਇਹ ਸੋਚਿਆ ਕਿ ਅਗਰ ਇਹ ਕਾਮਯਾਬ ਹੋ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ। ਕਰਨ ਦੇ ਲਈ ਜਿਹੜੇ ਕੰਮ ਨੇ ਉਹ ਬੜੇ ਹੀ ਸਿੰਪਲ ਨੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਪ੍ਰੋਡਕਟ ਯੂਜ਼ ਕਰਨੇ ਨੇ। ਪ੍ਰੋਡਕਟ ਯੂਜ਼ ਕਰਨ ਨੂੰ ਤਾਂ ਮੈਂ ਕੋਈ ਕੰਮ ਸਮਝਦੀ ਹੀ ਨਹੀਂ, ਕਿਉਂਕਿ ਅਦਰਵਾਈਜ਼ ਵੀ ਤਾਂ ਅਸੀਂ ਪ੍ਰੋਡਕਟ ਯੂਜ਼ ਕਰਦੇ, ਮਾਰਕੀਟ ਤੋਂ ਲੈ ਕੇ ਕੋਈ ਨਾ ਕੋਈ ਪ੍ਰੋਡਕਟ ਯੂਜ਼ ਕਰਦੇ ਹਾਂ, ਉਹ ਸਾਡੀ ਮਜਬੂਰੀ ਹੈ, ਸਾਡੀ ਜ਼ਰੂਰਤ ਹੈ, ਉਹ ਸਾਨੂੰ ਕਰਨੇ ਹੀ ਪੈਣੇ ਨੇ, ਉਹ MBA ਦੇ ਹੋਣ ਜਾਂ ਮਾਰਕੀਟ ਦੇ ਪ੍ਰੋਡਕਟਸ ਹੋਣ। ਸੋ ਦੈਟ ਇਜ਼ ਨਾਟ ਏ ਵਰਕ ਕਿ ਅਸੀਂ ਉਹਨੂੰ ਕਹੀਏ ਕਿ ਅਸੀਂ ਕੋਈ ਕੰਮ ਕਰਦੇ। ਉਹ ਪ੍ਰੋਡਕਟ ਤਾਂ ਅਸੀਂ ਯੂਜ਼ ਕਰਨੇ ਹੀ ਨੇ, ਆਪਣੀ ਆਦਤ ਬਦਲਣੀ ਹੈ ਕਿ ਅਸੀਂ ਅੱਛੀ ਕੁਆਲਿਟੀ ਦੇ ਆਰਗੈਨਿਕ ਪ੍ਰੋਡਕਟਸ ਯੂਜ਼ ਕਰਨੇ ਨੇ। ਔਰ ਉਹ ਯੂਜ਼ ਬੰਦਾ ਕਦੋਂ ਕਰ ਸਕਦਾ, ਜਦੋਂ ਉਹ ਆਪਣੇ ਆਪ ਨੂੰ ਇੱਕ ਕਾਬਲ ਸਮਝਦਾ ਹੋਵੇ ਕਿ ਮੈਨੂੰ ਪਰਮਾਤਮਾ ਨੇ ਬੈਸਟ ਬਣਾਇਆ ਤੇ ਮੈਂ ਬੈਸਟ ਪ੍ਰੋਡਕਟਸ ਯੂਜ਼ ਕਰਾਂ। ਆਪਣੀ ਸਿਹਤ ਅੱਛੀ ਰੱਖਣੀ ਹੈ, ਆਪਣੇ ਪਰਿਵਾਰ ਦੀ ਹੈਲਥ ਅੱਛੀ ਰੱਖਣੀ ਹੈ, ਔਰ ਜਦੋਂ ਤੁਹਾਨੂੰ ਇਹ ਵਿਸ਼ਵਾਸ ਹੁੰਦਾ ਤਾਂ ਆਪਾਂ
ਇਹ ਅੱਛੀ ਚੀਜ਼ ਸਪਰੈਡ ਵੀ ਕਰ ਸਕਦੀ ਹੈ ਨਾ। ਸੋ ਜਿਹੜਾ ਮੇਨ ਕੰਮ ਇਸ ਬਿਜ਼ਨਸ ਦਾ ਹੈਗਾ ਦੈਟ ਇਜ਼ ਦਾ STP, ਕਿ ਆਪਾਂ ਲੋਕਾਂ ਦੇ ਨਾਲ ਗੱਲ ਕਰਨੀ ਹੈ ਪ੍ਰੋਡਕਟਸ ਦੀ ਜਾਂ ਬਿਜ਼ਨਸ ਪਲਾਨ ਦੀ, ਹੈ ਨਾ। ਤਾਂ ਜਦੋਂ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਤਾਂ ਟੀਮ ਦੇ ਵਿੱਚ ਆਣਗੇ, ਤਾਂ ਉਸ ਟੀਮ ਨੂੰ ਸਰਵ ਕਰਨ ਦੇ ਲਈ ਅਸੀਂ ਮਿਹਨਤ ਕਰਾਂਗੇ। ਉਹਦੇ ਲਈ ਉਹਨੂੰ ਸਰਵ ਕਰਨ ਦੇ ਲਈ, ਉਹਨੂੰ ਬਣਾ ਕੇ ਰੱਖਣ ਦੇ ਲਈ, ਉਸ ਟੀਮ ਨੂੰ ਵਧਾਉਣ ਦੇ ਲਈ ਉਹ ਆਪਣੇ ਅੰਦਰ ਕੁਝ ਚੇਂਜਸ ਲੈ ਕੇ ਆਉਂਦੇ ਨੇ ਜਿਹੜੀਆਂ ਇਸ ਬਿਜ਼ਨਸ ਦੀ ਐਜੂਕੇਸ਼ਨ ਦੇ ਨਾਲ ਆਉਂਦੀਆਂ ਨੇ। ਆਪਾਂ ਬਹੁਤ ਵੱਡੀ ਟੀਮ ਬਣਾ ਸਕਦੇ। ਅਗਰ ਲਾਈਫ ਦੇ ਵਿੱਚ ਆਪਾਂ ਕਾਮਯਾਬ ਹੋਣਾ ਚਾਹੁੰਦੇ ਹਾਂ, ਆਪਾਂ ਲਾਈਫ ਨੂੰ ਅੱਛੇ ਤਰੀਕੇ ਨਾਲ ਜਿਉਣਾ ਚਾਹੁੰਦੇ ਹਾਂ, ਦੈਟ ਮੀਨਸ ਵੀ ਸ਼ੁਡ ਹੈਵ ਸਮ ਕੁਆਲਿਟੀਜ਼, ਸਮ ਲੀਡਰਸ਼ਿਪ ਕੁਆਲਿਟੀਜ਼। ਤਾਂ ਇਹ ਬਿਜ਼ਨਸ ਜਿਹੜਾ, ਅਗਰ ਮੈਂ ਗੱਲ ਕਰਾਂ ਇਸ ਬਿਜ਼ਨਸ ਦੇ ਵਿੱਚ ਕਿ ਮੇਨ ਜੋ ਚੀਜ਼ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੈ that is the personal freedom, that is the financial freedom, ਕਿ ਇਹ ਬਿਜ਼ਨਸ ਇੱਕੋ ਇੱਕ ਤਰੀਕਾ ਮੈਨੂੰ ਨਜ਼ਰ ਆਇਆ ਹੁਣ ਤੱਕ ਕਿ ਜਿਹੜਾ ਸਾਨੂੰ ਇੱਕ ਫਰੀडम ਦੇ ਸਕਦਾ, ਇੱਕ ਤਰ੍ਹਾਂ ਦੀ ਆਪਣੇ ਪੈਸ਼ਨ ਨੂੰ ਪਰਸਿਊ ਕਰਨ ਦੀ ਫਰੀडम ਦੇ ਸਕਦਾ। ਅਦਰਵਾਈਜ਼ ਜੋ ਪ੍ਰੋਫੈਸ਼ਨ ਅਸੀਂ ਕਰ ਰਹੇ ਸੀ, ਕੰਪਿਊਟਰ ਬਿਜ਼ਨਸ ਕਰ ਰਹੇ ਸੀ, ਉਹ ਅੱਛਾ ਸੀ, ਨੋ ਡਾਊਟ, ਅਸੀਂ ਉਹਦੀ ਪੜ੍ਹਾਈ ਵੀ ਕੀਤੀ, ਬੜੇ ਵਧੀਆ ਤਰੀਕੇ ਨਾਲ ਕੀਤੀ, ਲੇਕਿਨ ਕਿਤੇ ਨਾ ਕਿਤੇ ਨਾ ਉਹ 'ਚ ਪੈਸ਼ਨ ਨਹੀਂ ਸੀਗਾ। ਮਤਲਬ ਇਹ ਨਹੀਂ ਸੀਗਾ ਕਿ ਬਹੁਤ ਖੁਸ਼ ਹੋ ਕੇ ਕਰ ਰਹੇ ਹਾਂ ਜਾਂ ਇਹਨੂੰ ਬਹੁਤ ਜ਼ਿਆਦਾ ਵਧਾਉਣਾ ਚਾਹੁੰਦੇ ਹਾਂ। ਪੈਸ਼ਨ ਕੁਝ ਹੋਰ ਸੀਗਾ। ਪੈਸ਼ਨ ਦੇ ਲਈ ਕੀ ਹੈ ਕਿ ਤੁਹਾਨੂੰ ਟਾਈਮ ਚਾਹੀਦਾ, ਤੁਹਾਨੂੰ ਇੱਕ ਰੈਗੂਲਰ ਇਨਕਮ ਚਾਹੀਦੀ ਹੈ ਨਾ। ਕਈ ਵਾਰੀ ਆਪਣੇ ਕੁਝ ਏਦਾਂ ਦੇ ਪੈਸ਼ਨ ਹੁੰਦੇ ਨੇ ਜਿਹੜੇ ਅਸੀਂ ਸਾਰੀ ਉਮਰ ਉਹਨੂੰ ਪਰਸਿਊ ਹੀ ਨਹੀਂ ਕਰ ਪਾਉਂਦੇ, ਕਿਉਂਕਿ ਸਾਨੂੰ ਜਿਹੜੀਆਂ ਫੈਮਿਲੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ, ਜੋ ਸਾਡੀ ਰੋਜ਼ਮਰਾ ਦੀਆਂ ਜ਼ਰੂਰਤਾਂ ਹੁੰਦੀਆਂ ਨੇ, ਉਹ ਵੀ ਇੰਨਾ ਜਕੜ ਲੈਂਦੀਆਂ ਨੇ ਕਿ ਸਾਨੂੰ ਆਪਣਾ ਪੈਸ਼ਨ ਜਿਹੜਾ ਹੈਗਾ ਯਾਦ ਹੀ ਨਹੀਂ ਰਹਿੰਦਾ। ਉਹ ਜਦੋਂ ਤੁਹਾਡਾ ਜਿਹੜਾ ਡ੍ਰੀਮ ਹੈ, ਤੁਹਾਡਾ ਪੈਸ਼ਨ ਆ, ਉਹ ਪੂਰਾ ਨਹੀਂ ਹੁੰਦਾ ਤਾਂ ਆਪਣੇ ਅੰਦਰ ਫਰਸਟ੍ਰੇਸ਼ਨ। ਬਟ ਐਮਵੇ ਬਿਜ਼ਨਸ ਆਪਾਂ ਨੂੰ ਇੱਕ ਏਦਾਂ ਦਾ ਰਸਤਾ ਦਿੰਦਾ ਕਿ ਅਗਰ ਆਪਾਂ ਇਹਦੇ ਥਰੂ ਆਪਣਾ ਨੈਟਵਰਕ ਬਣਾ ਕੇ, ਆਪਣੀ ਟੀਮ ਬਣਾ ਕੇ ਆਪਾਂ ਇੱਕ ਰੈਗੂਲਰ ਇਨਕਮ ਕ੍ਰੀਏਟ ਕਰ ਸਕੀਏ, ਦੈਨ ਆਪਾਂ ਆਪਣੇ ਪੈਸ਼ਨਸ ਨੂੰ ਪਰਸਿਊ ਕਰ ਸਕਦੇ ਹਾਂ। ਔਰ ਐਮਵੇ ਬਿਜ਼ਨਸ ਦੀ ਜਿਹੜੀ ਐਜੂਕੇਸ਼ਨ ਹੈਗੀ ਆ, ਜਦੋਂ ਉਹ ਆਪਣੇ ਅੰਦਰ ਜੋ ਚੇਂਜਸ ਲੈ ਕੇ ਆਉਂਦੀ ਹੈ, ਦੈਨ ਯੂ ਫੀਲ ਐਕਸਾਈਟਡ ਫॉर ਐਵਰੀਥਿੰਗ। ਜੋ ਕੰਮ ਵੀ ਤੁਸੀਂ ਪਹਿਲਾਂ ਕਰ ਰਹੇ ਹੋ ਉਹਨੂੰ ਵੀ ਹੋਰ ਵਧੀਆ ਤਰੀਕੇ ਨਾਲ ਕਰੋਗੇ, ਹੈ ਨਾ। ਲੇਕਿਨ ਅਗਰ ਤੁਸੀਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਨਹੀਂ ਕਰ ਪਾ ਰਹੇ, ਦੈਟ ਮੀਨਸ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਹੈ, ਕਿਉਂਕਿ ਇਹ ਐਜੂਕੇਸ਼ਨ ਜਿਹੜੀ ਹੈਗੀ ਹੈ, ਇਹ ਤੁਹਾਨੂੰ ਹਰ ਕੰਮ ਵਧੀਆ ਤਰੀਕੇ ਨਾਲ ਕਰਨ ਦੇ ਲਈ ਟ੍ਰੇਨ ਕਰਦੀ ਹੈ। ਇਹ ਨਹੀਂ ਹੈਗਾ ਕਿ ਇੱਕ ਕੰਮ 'ਚ ਤੁਹਾਡਾ ਇੰਟਰਸਟ ਬਣ ਰਿਹਾ ਤੇ ਦੂਜੇ 'ਚ ਨਹੀਂ ਬਣ ਰਿਹਾ, ਹੈ ਨਾ। ਮਤਲਬ ਇਹ ਤਾਂ ਏਦਾਂ ਹੀ ਹੋ ਗਿਆ ਨਾ, ਫਿਰ ਇੱਕ ਕੰਮ ਛੱਡ ਕੇ ਦੂਜਾ ਫੜ ਲਿਆ, ਦੂਜਾ ਛੱਡ ਕੇ ਤੀਜਾ ਫੜ ਲਿਆ। ਬਟ ਅਗਰ ਤੁਸੀਂ, ਤੁਹਾਡੇ ਅੰਦਰ ਕੁਝ ਚੇਂਜ ਆ ਰਿਹਾ, then you will feel excited for everything। ਜੋ ਵੀ ਨਵਾਂ ਤੁਹਾਨੂੰ ਸਿੱਖਣ ਨੂੰ ਮਿਲੇਗਾ, ਜੋ ਵੀ ਨਵਾਂ ਐਕਸਪਲੋਰ ਕਰਨ ਨੂੰ ਮਿਲੇਗਾ, ਤੁਸੀਂ ਹਰ ਐਕਟੀਵਿਟੀ ਲਈ ਥ੍ਰਿਲ ਮਹਿਸੂਸ ਕਰੋਗੇ, ਔਰ ਉਹ ਚੀਜ਼ ਅਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਹਾਂ। ਬਹੁਤ ਹੀ ਅੱਛੀ ਐਜੂਕੇਸ਼ਨ ਜਿਹੜੀ ਇਸ ਬਿਜ਼ਨਸ 'ਚ ਸਾਨੂੰ ਮਿਲੀ ਹੈ। ਬੱਚਿਆਂ ਨੂੰ ਅਸੀਂ ਅੱਛੇ ਸੰਸਕਾਰ ਦੇ ਪਾਏ ਹੈ ਇਸ ਬਿਜ਼ਨਸ ਕਰਕੇ, ਬਹੁਤ ਸਾਰੇ ਲੋਕਾਂ ਦਾ ਪਿਆਰ ਮਿਲਿਆ ਸਾਨੂੰ। ਤਾਂ ਇਹ ਬਿਜ਼ਨਸ ਦੇ ਜਿਹੜੇ ਰਿਵਾਰਡਸ ਹੈਗੇ ਨੇ, ਬਹੁਤ ਮੈਚਲੈਸ ਰਿਵਾਰਡਸ ਨੇ। ਫੋਰਨ ਟਰੈਵਲ ਕਰਨ ਦਾ ਮੌਕਾ ਮਿਲਿਆ, ਅਦਰਵਾਈਜ਼ ਅਸੀਂ ਇਸ ਬਿਜ਼ਨਸ 'ਚ ਆਉਣ ਤੋਂ ਪਹਿਲਾਂ ਪਾਸਪੋਰਟ ਤੱਕ ਨਹੀਂ ਬਣਾਏ ਸੀ, ਕਿਉਂਕਿ ਸਾਨੂੰ ਯਕੀਨ ਹੀ ਨਹੀਂ ਸੀਗਾ ਕਿ ਅਸੀਂ ਕਦੇ ਬਾਹਰ ਘੁੰਮਣ ਜਾਵਾਂਗੇ ਜਾਂ ਟਰੈਵਲ ਕਰਾਂਗੇ, ਫੋਰਨ ਟਰੈਵਲ ਕਰਾਂਗੇ। ਲੇਕਿਨ ਐਮਵੇ ਕਾਰਪੋਰੇਸ਼ਨ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਬਹੁਤ ਸਾਰੀ ਡੈਸਟੀਨੇਸ਼ਨ ਦੇ ਉੱਪਰ ਜਾ ਸਕੀਏ। ਅਸੀਂ ਪੈਰਿਸ ਗਏ, ਸਵਿਟਜ਼ਰਲੈਂਡ ਗਏ, ਕੈਨੇਡਾ ਗਏ ਔਰ ਆਸਟ੍ਰੇਲੀਆ, ਇੱਦਾਂ ਦੀਆਂ ਡੈਸਟੀਨੇਸ਼ਨ ਤੇ ਅਸੀਂ ਇੰਜੋਏ ਕੀਤਾ। ਔਰ ਵਰਲਡ ਕਲਾਸ ਟ੍ਰੀਟਮੈਂਟ ਦੇ ਨਾਲ 5 ਸਟਾਰ ਹੋਟਲਸ ਦੇ ਵਿੱਚ, ਹੈ ਨਾ, ਬਹੁਤ ਅੱਛੇ ਫਰੈਂਡਸ ਦੇ ਨਾਲ, ਵਿਨੋਦ ਫਤਿਹਪੁਰੀਆ ਸਾਡੇ ਨਾਲ ਸੀਗੇ, ਹੈ ਨਾ, ਸਤਿੰਦਰ ਭਾਜੀ ਸਾਡੇ ਨਾਲ ਸੀਗੇ, ਡਾਕਟਰ ਪੰਦੇਰ ਸਾਡੇ ਨਾਲ ਸੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਰਿਵਾਰਡਸ ਇਸ ਬਿਜ਼ਨਸ ਦੇ ਥਰੂ ਮਿਲਦੇ ਨੇ। ਬਟ ਇਹ ਸਾਰਾ ਕੁਝ ਅਚੀਵ ਕਰਨ ਦੇ ਲਈ ਅਗਰ ਸਾਡੇ ਮਾਈਂਡ ਦੇ ਵਿੱਚ ਇੱਕ ਪਿਕਚਰ ਹੈਗੀ ਹੈ ਕਿ ਅਸੀਂ ਇਦਾਂ ਦੀ ਲਾਈਫ ਲੈਣੀ, ਅਸੀਂ ਚੋਇਸਸ ਦੀ ਲਾਈਫ ਲੈਣੀ, ਆਪਣੇ ਬੱਚਿਆਂ ਨੂੰ ਚੋਇਸਸ ਦੀ ਲਾਈਫ ਦੇਣੀ ਹੈ, ਤਾਂ ਕੁਝ ਕਮਿਟਮੈਂਟਸ ਆਪਣੇ ਆਪ ਨਾਲ ਕਰਨੀਆਂ ਪੈਣਗੀਆਂ। ਕਮਿਟਮੈਂਟਸ ਕਰਨੀਆਂ ਨੇ ਕਿ ਅਸੀਂ ਆਪਣੇ ਡ੍ਰੀਮ ਦੇ ਲਈ ਡੇਲੀ ਥੋੜਾ ਥੋੜਾ ਕੰਮ ਕਰਨਾ। ਅਗਰ ਆਪਾਂ ਇਹ ਕਮਿਟਮੈਂਟ ਕਰ ਲਈਏ ਕਿ ਅਸੀਂ ਹਰ ਰੋਜ਼ ਇੱਕ ਬੰਦੇ ਨਾਲ ਗੱਲ ਕਰਨੀ ਹੈ, ਇੱਕ ਨਵੇਂ ਬੰਦੇ ਨਾਲ ਗੱਲ ਕਰਨੀ ਹੈ ਨਾ, ਦੈਟ ਮੀਨਸ ਤਾਂ ਵੀ ਸਾਡੇ ਕੋਲ 300 350 ਪਲਾਨਸ ਪਰ ਈਅਰ ਹੋ ਸਕਦੇ ਨਾ। ਤਾਂ ਔਰ ਆਪਾਂ ਨੂੰ ਕਾਮਯਾਬ ਹੋਣ ਦੇ ਲਈ ਤਾਂ 6-7 ਟੀਮਸ ਹੀ ਚਾਹੀਦੀਆਂ ਨੇ।
ਸੋ ਇਹ ਬਿਜ਼ਨਸ ਦੇ ਵਿੱਚ ਡੇਲੀ ਕੁਛ ਨਾ ਕੁਛ ਕਰਨਾ। ਔਰ ਲੇਡੀਜ਼ ਦੇ ਲਈ ਮੈਂ ਸਪੈਸ਼ਲੀ ਇਹ ਕਹੂੰਗੀ ਕਿ ਆਪਣੇ ਕੋਲ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ, ਬਹੁਤ ਸਾਰੇ ਕੰਮ ਕਰਨ ਲਈ ਹੁੰਦੇ ਨੇ, ਲੇਕਿਨ ਇੱਕ ਪ੍ਰਾਇੋਰਟੀ ਸੈੱਟ ਕਰਨੀ ਪੈਂਦੀ ਹੈ ਕਿ ਕਿਹੜਾ ਕੰਮ ਜ਼ਿਆਦਾ ਇੰਪੋਰਟੈਂਟ ਹੈ। ਜੇ ਕੱਲ ਨੂੰ ਮੇਰੇ ਬੱਚੇ ਦਾ ਐਗਜ਼ਾਮ ਹੈ ਤਾਂ ਨੈਚੁਰਲੀ ਮੇਰੇ ਲਈ ਖਾਣੇ ਦੀਆਂ ਬਹੁਤ ਸਾਰੀਆਂ ਡਿਸ਼ਸ ਬਣਾਉਣ ਤੋਂ ਜ਼ਿਆਦਾ ਉਹਦੀ ਪੜ੍ਹਾਈ ਜ਼ਿਆਦਾ ਇੰਪੋਰਟੈਂਟ ਹੈ ਨਾ। ਤਾਂ ਮੈਂ ਉਸ ਕੰਮ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਆਪਣੇ ਬੱਚੇ ਨੂੰ ਟਾਈਮ ਦਿਆਂਗੀ। ਬਟ ਅਗਰ ਆਪਾਂ ਲਾਈਫ ਦੀ ਗੱਲ ਕਰੀਏ ਕਿ ਅਗਰ ਮੇਰੇ ਡ੍ਰੀਮਸ ਜਿਹੜੇ ਹੈਗੇ ਨੇ ਉਹ ਮੇਰੇ ਲਈ ਇੰਨੇ ਇੰਪੋਰਟੈਂਟ ਨੇ ਕਿ ਮੈਂ ਬਾਕੀ ਸਾਰੀਆਂ ਚੀਜ਼ਾਂ ਕਰਦੇ ਹੋਏ ਉਹਦੇ ਲਈ ਥੋੜਾ ਜਿਹਾ ਟਾਈਮ ਆਪਣੇ ਲਈ ਕੱਢਾਂ, ਹਨਾ। ਕਿ ਹਰ ਰੋਜ਼ ਇੱਕ CD ਆਪਾਂ ਸੁਣ ਸਕਦੇ ਹਾਂ, ਹਰ ਰੋਜ਼ ਇੱਕ ਜਾਂ ਦੋ ਬੰਦਿਆਂ ਨਾਲ ਅਸੀਂ ਗੱਲ ਕਰ ਸਕਦੇ ਹਾਂ, ਹਰ ਰੋਜ਼ ਆਪਾਂ ਆਪਣੀ ਅਪਲਾਈਨ ਦੇ ਨਾਲ ਕੰਸਲਟ ਕਰ ਸਕਦੇ ਹਾਂ, ਹਨਾ। ਆਪਣੀ ਟੀਮ ਦੇ ਨਾਲ ਰਿਲੇਸ਼ਨ ਬਣਾ ਸਕਦੇ ਹਾਂ, ਆਪਣੇ ਪ੍ਰੋਡਕਟਸ ਦੀ ਨੌਲੇਜ ਲੈ ਸਕਦੇ ਹਾਂ, ਪ੍ਰੋਡਕਟਸ ਨੂੰ ਸ਼ੇਅਰ ਕਰ ਸਕਦੇ ਹਾਂ, ਪਲਾਨ ਨੂੰ ਸ਼ੇਅਰ ਕਰ ਸਕਦੇ ਹਾਂ। ਇਹ ਛੋਟੇ ਛੋਟੇ ਕੰਮ ਉਦੋਂ ਹੀ ਹੋਣਗੇ ਜਦੋਂ ਸਾਡੇ ਮਾਈਂਡ ਦੇ ਵਿੱਚ ਇੱਕ ਵੱਡੀ ਪਿਕਚਰ ਹੋਏਗੀ ਕਿ ਬਿਜ਼ਨਸ ਸਾਨੂੰ ਕਿੱਥੇ ਲਿਜਾ ਸਕਦਾ। ਜਦੋਂ ਅਸੀਂ ਬਿਜ਼ਨਸ ਪਲਾਨ ਦੇਖਿਆ ਸੀ, ESBI ਦਾ ਕੁਆਡਰੈਂਟਸ ਦੇਖੇ ਸੀ, ਤਾਂ ਪਹਿਲੀ ਨਜ਼ਰ ਹੀ ਮਤਲਬ ਇਹ ਚੀਜ਼ ਵਿਸ਼ਵਾਸ ਆਪਾਂ ਨੂੰ ਆਣੀ ਚਾਹੀਦੀ ਹੈ। ਸਾਨੂੰ ਤਾਂ ਉਸੇ ਟਾਈਮ ਆ ਗਈ ਸੀ ਕਿ ਇਹ ਬਿਜ਼ਨਸ ਸਾਨੂੰ एम्प्लॉय मेंटालिटी तो सेल्फ एम्प्लॉयड मेंटालिटी तो बिजनेस क्लास ਦੇ ਵਿੱਚ ਲਿਜਾ ਸਕਦਾ। दैट इज अ बिग अचीवमेंट फॉर अस ਕਿ ਅਸੀਂ ਆਰਡੀਨਰੀ ਪਰਸਨ ਤੋਂ ਐਕਸਟਰਾ ਆਰਡੀਨਰੀ ਬਣ ਸਕਦੇ। ਅਗਰ ਆਪਾਂ ਇਹ ਮਹਿਸੂਸ ਕਰੀਏ ਕਿ ਵੀ ਆਰ ਬਲੈਸਡ ਪੀਪਲ, ਪਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਆ, ਆਪਾਂ ਸਪੈਸ਼ਲ ਲੋਕ ਆ। ਇਹੋ ਜਿਹੇ ਸਪੈਸ਼ਲ ਹਰ ਇੱਕ ਨੂੰ ਇਹ ਮੌਕਾ ਨਹੀਂ ਮਿਲਦਾ, ਹਰ ਇੱਕ ਨੂੰ ਇਹ ਬਿਜ਼ਨਸ ਸਮਝ ਨਹੀਂ ਆਉਂਦਾ। ਅਗਰ ਆਪਾਂ ਨੂੰ ਹੁਣ ਤੱਕ ਇਹ ਸਮਝ ਆਇਆ ਹੋਇਆ, ਆਪਾਂ ਸਿਸਟਮ ਦੇ ਨਾਲ ਪਲੱਗ ਇਨ, ਹੁਣ ਤੱਕ ਆਪਾਂ ਕਰ ਰਹੇ ਹਾਂ ਇਸ ਨੂੰ, ਦੈਨ ਨੈਵਰ ਗਿਵ ਅਪ। ਕਦੇ ਵੀ ਇਹਨੂੰ ਛੱਡਣ ਬਾਰੇ ਨਹੀਂ ਸੋਚਣਾ, ਆਪਾਂ ਚੱਲਦੇ ਰਹਿਣਾ ਔਰ ਇੱਕ ਨਾ ਇੱਕ ਦਿਨ ਆਪਾਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ। ਸੋ ਮੈਨੂੰ ਬੜਾ ਪ੍ਰਾਊਡ ਫੀਲ ਹੈ ਕਿ ਆਪਣੀ ਟੀਮ ਜਿਹੜੀ ਹੈਗੀ ਹੈ ਉਹ ਅਚੀਵਰਸ ਦੀ ਟੀਮ ਹੈ, ਡ੍ਰੀਮਰਸ ਦੀ ਟੀਮ ਹੈ। ਔਰ ਡ੍ਰੀਮਸ ਨੂੰ ਅਚੀਵ ਉਹੀ ਬੰਦਾ ਕਰਦਾ, ਸਕਸੈਸਫੁਲ ਉਹੀ ਪਰਸਨ ਹੁੰਦਾ ਜੋ 100% ਕਮਿਟਮੈਂਟ ਦੇ ਨਾਲ ਕਿ ਮੈਂ ਇਹ, ਜਦੋਂ ਆਪਾਂ ਨੂੰ ਕਲੀਅਰ ਹੈਗਾ ਕਿ ਕੰਮ ਤਾਂ ਸ਼ੋ ਦਾ ਪਲਾਨ, ਐਕਸ਼ਨ ਪਲਾਨ ਸਾਰੇ ਅਗਰ ਸਿਸਟਮ ਦਾ ਆਪਾਂ ਨਿਚੋੜ ਕਰੀਏ, ਸਭ ਤੋਂ ਇੰਪੋਰਟੈਂਟ ਕੰਮ ਹੈਗਾ ਐਸਟੀਪੀ, ਸ਼ੇਅਰ ਦਾ ਪ੍ਰੋਡਕਟਸ ਐਂਡ ਸ਼ੋ ਦਾ। ਜਿੰਨੇ ਲੋਕਾਂ ਨਾਲ ਆਪਾਂ ਗੱਲ ਕਰਾਂਗੇ ਉਨੀ ਆਪਣੀ ਟੀਮ ਬਣੇਗੀ, ਟੀਮ ਦੇ ਵਿੱਚ ਪ੍ਰੋਡਕਟਸ ਮੂਵ ਹੋਣਗੇ, ਆਪਣੀ ਟਰਨਓਵਰ ਹੋਏਗੀ। ਇਹ ਛੋਟੀ ਜਿਹੀ ਗੱਲ ਹੈਗੀ ਹੈ। ਪ੍ਰੈਕਟਿਸ ਜਿਹੜਾ ਹੈਗਾ ਦੈਟ ਇਜ਼ ਦਾ ਐਸਟੀਪੀ। ਜਿੰਨਾ ਫੋਕਸ ਆਪਾਂ ਕਰਾਂਗੇ ਨੰਬਰ ਗੇਮ ਦੇ ਉੱਪਰ ਕਿ ਅਸੀਂ ਲੋਕਾਂ ਦੇ ਨਾਲ ਗੱਲ ਕਰਨੀ ਹੈ, ਔਰ ਉਨੀ ਵੱਡੀ ਆਪਣੀ ਟੀਮ ਹੋਏਗੀ, ਉਨੀ ਵੱਡੀ ਆਪਣੀ ਟਰਨਓਵਰ ਹੋਏਗੀ, ਉਨੇ ਹੀ ਰਿਵਾਰਡਸ ਆਪਾਂ ਇੰਜੋਏ ਕਰਾਂਗੇ। ਸੋ ਇਸ ਈਅਰ ਦੇ ਵਿੱਚ ਹੁਣ ਨਵਾਂ ਸਾਲ ਵੀ ਆਉਣ ਵਾਲਾ ਹੈ ਨਾ, ਤਾਂ ਮੈਂ ਇਹ ਵਿਸ਼ ਕਰਦੇ ਹਾਂ, ਅਸੀਂ ਪ੍ਰੇ ਕਰਦੇ ਹਾਂ ਪਰਮਾਤਮਾ ਨੂੰ ਕਿ ਤੁਸੀਂ ਇਸ ਸਾਲ ਦੇ ਵਿੱਚ ਆਪਣੇ ਆਪ ਨਾਲ ਕਮਿਟਮੈਂਟ ਕਰੋ, ਆਪਣੇ ਗੋਲ ਸੈੱਟ ਕਰੋ, ਆਪਣੇ ਡ੍ਰੀਮਸ ਡਿਲੀਵਰ ਕਰੋ, ਆਪਣੀ ਔਰ ਆਪਣੀ ਫੈਮਿਲੀ ਨੂੰ ਹੋਰ ਵੀ ਵਧੀਆ ਲਾਈਫ। ਵੈਰੀ ਗੁੱਡ, ਗ੍ਰੇਟ 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 ਗ੍ਰੇਟ। ਹਾਂਜੀ ਦੋਸਤੋ, ਦੇਖੋ ਜਿਸ ਤਰ੍ਹਾਂ ਬਲਜੀਤ ਨੇ ਗੱਲ ਕੀਤੀ ਆ ਕਿ ਇਹ ਬਿਜ਼ਨਸ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਵਰਥ ਹੈਗਾ ਕਰਨਾ। ਕਿਉਂ ਵਰਥ ਹੈਗਾ? ਕਿਉਂਕਿ ਇਹਦੇ ਰਿਵਾਰਡਸ ਮਤਲਬ ਅਨਮੈਚੇਬਲ। ਜਦੋਂ ਇਸ ਗੱਲ ਦੀ ਸਾਨੂੰ ਸਮਝ ਲੱਗ ਜਾਵੇ ਕਿ ਇਹਦੇ ਰਿਵਾਰਡਸ ਅਨਮੈਚੇਬਲ ਨੇ, ਅਸੀਂ ਕੀ ਕੀਤਾ ਸੀਗਾ, ਅਸੀਂ ਜਦੋਂ ਆਪਣੇ ਕੰਪਿਊਟਰ ਹਾਰਡਵੇਅਰ ਦੇ ਕੰਮ 'ਚ ਸੀਗੇ ਤਾਂ ਅਸੀਂ ਇਹ ਦੇਖਿਆ ਕਿ ਯਾਰ ਇੰਨੇ ਵੱਡੇ ਰਿਵਾਰਡਸ ਨੇ। ਮੈਨੂੰ ਯਾਦ ਆ ਉਸ ਵੇਲੇ ਬਿਲ ਬ੍ਰਿਟ ਜੀ ਦੀ ਇੱਕ ਵੀਡੀਓ ਕੈਸੇਟ ਦਿਖਾਈ ਜਾਂਦੀ ਸੀ, ਕਦੀ CDs ਦੇ ਵਿੱਚ ਦਿਖਾਈ ਜਾਂਦੀ ਸੀ। एक्सक्यूज मी। सही है भाजी, आवाज वगैरह सब कुछ सही आ रही है? हाँ जी, मेनू ना इत्थे कुछ डिस्टरबेंस आ रही सी, मैं देख। ओके हाँ जी, हाँ जी, ਬਿਲ ਬ੍ਰਿਟ ਜੀ ਦੀ ਇੱਕ ਵੀਡੀਓ ਕੈਸਟ ਦਿਖਾਈ ਜਾਂਦੀ ਸੀ ਜਿਹਦੇ ਵਿੱਚ ਲਾਈਫ ਸਟਾਈਲ ਸੀ ਉਹਨਾਂ ਦਾ, ਔਰ ਉਹਨਾਂ ਦਾ ਲਾਈਫ ਸਟਾਈਲ ਦੇਖ ਕੇ ਮੇਰੇ ਹੁਣ ਵੀ ਯਾਦ ਆ, ਉਹਨਾਂ ਦੇ ਮਹਿਲਾਂ ਵਰਗੇ ਘਰ ਦੇਖ ਕੇ, ਉਹਨਾਂ ਦੇ ਲਾਈਫ ਸਟਾਈਲ ਨੂੰ ਦੇਖ ਕੇ, ਉਹਨਾਂ ਦੇ ਕੋਲੇ ਹਾਰਸਸ ਰੱਖੇ ਹੋਏ ਆ, ਤਾਂ ਮੈਂ ਤਾਂ ਹਿੱਲ ਗਿਆ ਸੀਗਾ। ਤਾਂ ਮੈਂ ਸੋਚਿਆ ਯਾਰ
इस बिजनेस दे विचों इन्ना कुछ मिल सकदा, इन्ना कुछ मिल सकदा। जे इस बिजनेस चों इन्ना कुछ मिल सकदा तो फिर काम करना कोई वड्डी गल नहीं है। काम तो असीं पहलां भी करदे हां। मेरे याद आ असीं सवेरे सवेरे स्कूटर दे उत्ते फोकल पॉइंट निकल जांदे सीगे। ਇੰਨੀਆਂ ਟੁੱਟੀਆਂ ਹੋਈਆਂ ਸੜਕਾਂ ਹੁੰਦੀਆਂ ਸੀ, ਡਸਟ ਪੈ ਪੈ ਕੇ ਸਾਡਾ ਮੂੰਹ ਖਰਾਬ ਹੋ ਜਾਂਦਾ ਸੀ ਸ਼ਾਮ ਤੱਕ, ਔਰ ਸ਼ਾਮ ਨੂੰ ਥੱਕ ਟੁੱਟ ਕੇ ਘਰੇ ਡਿੱਗਦੇ ਸੀ। ਮੇਰੇ ਯਾਦ ਆ ਜਦੋਂ ਮੈਂ ਘਰੇ ਆਉਂਦਾ ਸੀ, ਮੈਂ ਨਹਾ ਧੋ ਕੇ ਫਰੈਸ਼ ਹੋ ਜਾਂਦਾ ਸੀ ਔਰ ਬਲਜੀਤ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੇ ਔਰ ਇਹ ਕਹਿੰਦੇ ਸੀ ਕਿ ਤੁਸੀਂ ਸੌਣਾ ਨਹੀਂ ਹੈਗਾ, 1 ਮਿੰਟ ਦੇ ਵਿੱਚ ਮੈਂ ਖਾਣਾ ਲੈ ਕੇ ਆ ਰਹੀ ਹਾਂ। ਔਰ ਇਹ ਖਾਣਾ ਬਣਾਉਂਦੇ ਹੋਏ ਮੈਨੂੰ ਬਾਰ-ਬਾਰ ਇਹ ਆਵਾਜ਼ਾਂ ਦਿੰਦੇ ਸੀ ਵੀ ਸੌਣਾ ਨਹੀਂ ਹੈਗਾ, ਸੌਣਾ ਨਹੀਂ ਹੈਗਾ, ਸੌਣਾ ਨਹੀਂ ਹੈਗਾ। ਔਰ ਫਿਰ ਵੀ ਮੈਂ ਕਈ ਵਾਰੀ ਸੌ ਜਾਂਦਾ ਸੀ, ਇੰਨੀ ਥਕਾਵਟ ਹੋ ਜਾਂਦੀ ਸੀ। ਪਰ ਦੋਸਤੋ ਕੀ ਸ਼ੋਅ ਦਾ ਪਲਾਨ ਉਸ ਤੋਂ ਵੀ ਮੁਸ਼ਕਲ ਹੈਗਾ? ਇਹ ਮੈਂ ਆਪਣੇ ਆਪ ਤੋਂ ਸਵਾਲ ਪੁੱਛਦਾ, ਅੱਜ ਵੀ ਮੈਂ ਸਵਾਲ ਪੁੱਛਦਾ ਕਿ ਕੀ ਸ਼ੋਅ ਦਾ ਪਲਾਨ ਉਸ ਲਾਈਫ ਤੋਂ ਵੀ ਮੁਸ਼ਕਲ ਹੈਗਾ? ਔਰ ਇਹ ਕੱਲੀ ਮੇਰੀ ਕਹਾਣੀ ਨਹੀਂ ਹੈਗੀ, ਇਹ ਆਪਣੇ ਵਰਗੇ ਹਜ਼ਾਰਾਂ ਲੱਖਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਸਵੇਰੇ ਉੱਠ ਕੇ ਤਿਆਰ ਹੁੰਦੇ ਆ ਔਰ ਸਾਰਾ ਦਿਨ ਆਪਣੇ ਡ੍ਰੀਮਸ ਦੇ ਲਈ ਫਾਈਟ ਕਰਦੇ ਆ ਔਰ ਫਿਰ ਵੀ ਉਹਨਾਂ ਦੇ ਡ੍ਰੀਮਸ ਨਹੀਂ ਪੂਰੇ ਹੁੰਦੇ। ਜਦੋਂ ਮੈਂ ਇਸ ਬਿਜ਼ਨਸ ਪਲਾਨ ਨੂੰ ਦੇਖਿਆ ਸੀ ਤਾਂ ਮੇਰੇ ਦਿਮਾਗ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ ਸੀ ਕਿ ਇੱਥੋਂ ਕੁਝ ਹੋ ਸਕਦਾ। ਬੱਤੀ ਜਗ ਪਈ ਸੀ ਦੋਸਤੋ। ਬਥੇਰੇ ਉਤਰਾ ਚੜਾ ਆਏ, ਬਥੇਰੀਆਂ ਟੀਮਾਂ ਸਾਡੀਆਂ ਬਣੀਆਂ, ਬਥੇਰੀਆਂ ਟੀਮਾਂ ਸਾਡੀਆਂ ਬਣ ਕੇ ਨਸ਼ਟ ਹੋ ਗਈਆਂ। ਪਰ ਕੀ ਫਰਕ ਪੈਂਦਾ ਅਗਰ ਤੁਸੀਂ ਸਟਰੋਂਗ ਹੈਗੇ ਹੋ, ਤੁਹਾਡਾ ਡ੍ਰੀਮ ਹਲੇ ਜਿੰਦਾ ਹੈਗਾ ਤਾਂ ਤੁਸੀਂ ਜਿੰਦਾ ਹੈਗੇ। ਜਿੰਨਾ ਚਿਰ ਡ੍ਰੀਮ ਜਿੰਦਾ ਹੈਗਾ ਦੋਸਤੋ, ਆਪਾਂ ਜਿੰਦਾ ਹੈਗੇ। ਮੈਂ ਅੱਜ ਹੀ ਇੱਕ ਜਗ੍ਹਾ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਵੀ ਜਦੋਂ ਸਰੀਰ ਦੇ ਵਿੱਚੋਂ ਜਾਨ ਖਤਮ ਹੋ ਜਾਂਦੀ ਹੈ ਨਾ, ਉਹਨੂੰ ਮੁਰਦਾ ਸਮਝ ਲਿਆ ਜਾਂਦਾ ਸਰੀਰਕ ਤੌਰ ਤੇ। ਪਰ ਜਦੋਂ ਇੱਥੋਂ ਜਾਨ ਖਤਮ ਹੋ ਜਾਂਦੀ ਹੈ ਨਾ, ਤਾਂ ਉਹ ਮਾਨਸਿਕ ਤੌਰ ਤੇ ਮੁਰਦਾ ਹੋ ਜਾਂਦੇ ਆ। ਆਪਣੇ ਆਪ ਨੂੰ ਸਵਾਲ ਕਰੋ ਕਿ ਆਪਾਂ ਮਾਨਸਿਕ ਤੌਰ ਤੇ ਜਿੰਦਾ ਹੈਗੇ ਆ? ਅਗਰ ਡ੍ਰੀਮ ਸਾਡੇ ਜਿੰਦਾ ਹੈਗੇ ਆ, ਇਨਸਾਨ ਦੀ ਇੱਕੋ ਹੀ ਪਛਾਣ ਹੈਗੀ ਆ, ਉਹਦਾ ਸੁਪਨਾ ਜਿੰਦਾ ਹੈਗਾ। ਅੱਜ ਮੈਂ ਸੁਮਿਤ ਬਹਾਦਰ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਅਗਰ ਤੁਹਾਡੀ ਉਮਰ 65 ਸਾਲ ਦੀ ਵੀ ਹੈਗੀ ਆ, 70 ਸਾਲ ਦੀ ਵੀ ਹੈਗੀ ਆ, ਲੌਂਗ ਟਰਮ ਪਲੈਨਿੰਗ ਕਰੋ, ਲੌਂਗ ਟਰਮ ਪਲੈਨਿੰਗ ਕਰੋ। ਕਿਉਂ? ਇਸ ਜ਼ਿੰਦਗੀ ਦਾ ਮਤਲਬ ਕੀ ਹੈਗਾ? ਵਟ ਇਜ਼ ਦਾ ਮੀਨਿੰਗ ਆਫ ਦਿਸ ਲਾਈਫ? ਕਿਉਂ ਦਿੱਤੀ ਗਈ ਆ? ਸਾਰੇ ਵੇਦਾਂ ਸ਼ਾਸਤਰਾਂ 'ਚ ਲਿਖਿਆ ਹੋਇਆ ਹੈ ਕਰਮ ਭੂਮੀ ਆ, ਕਰਮ ਭੂਮੀ ਆ। ਕਰਮ ਦਾ ਮਤਲਬ ਕੀ ਹੈ? ਐਕਸ਼ਨ। ਕਰਮ ਦਾ ਮਤਲਬ ਕੀ ਹੈ? ਕ੍ਰੀਏਟਿਵਿਟੀ। ਜਦੋਂ ਆਪਾਂ ਆਪਣਾ ਜੋ ਸਾਡੇ ਤੋਂ ਐਕਸਪੈਕਟ ਕੀਤਾ ਜਾ ਰਿਹਾ, ਜਿਸ ਪਰਪਸ ਲਈ ਸਾਨੂੰ ਭੇਜਿਆ ਗਿਆ, ਸਾਨੂੰ ਉਹ ਕਰਨਾ ਚਾਹੀਦਾ, ਤਾਂ ਹੀ ਖੁਸ਼ੀ ਮਿਲੂਗੀ। ਉਸ ਕਰਤੇ ਦੀ ਖੁਸ਼ੀ ਤਾਂ ਮਿਲੂਗੀ ਸਾਨੂੰ। ਅਦਰਵਾਈਜ਼ ਕੀ ਹੋਊਗਾ? ਅਗਰ ਅਸੀਂ ਕੰਫਰਟੇਬਲ ਹੋ ਗਏ, ਅਗਰ ਅਸੀਂ ਕੰਫਰਟੇਬਲ ਹੋ ਕੇ ਕੰਮ ਕਰਨਾ ਛੱਡਤਾ, ਕ੍ਰੀਏਟਿਵ ਜ਼ੋਨ ਚੋਂ ਬਾਹਰ ਆ ਗਏ, ਸਾਡੀ ਗਰੋਥ ਵੀ ਉਸੇ ਦਿਨ ਹੀ ਰੁਕ ਜਾਣੀ ਹੈ ਦੋਸਤੋ। ਜਿਸ ਬੱਚੇ ਦੇ ਐਗਜ਼ਾਮੀਨੇਸ਼ਨ ਹੁੰਦੇ ਆ, ਗਰੋਥ ਉਹਦੀ ਹੀ ਹੁੰਦੀ ਆ। ਅੱਜ ਦੀ ਡੇਟ ਦੇ ਵਿੱਚ ਲਾਕਡਾਊਨ ਦੇ ਵਿੱਚ ਐਗਜ਼ਾਮੀਨੇਸ਼ਨਸ ਦਾ ਆਪਾਂ ਦੇਖ ਹੀ ਰਹੇ ਹਾਂ, ਤਾਂ ਗਰੋਥ ਵੀ ਕੀ ਹੋਏਗੀ? ਸਾਰੇ ਪੇਰੈਂਟਸ ਇਹ ਕਹਿ ਰਹੇ ਆ ਕਿ ਬੱਚਿਆਂ ਦਾ ਨੁਕਸਾਨ ਹੋ ਰਿਹਾ। ਅਗਰ ਅਸੀਂ ਸ਼ੋਅ ਦਾ ਪਲਾਨ ਕਰਦੇ ਰਹਾਂਗੇ, ਸਾਡੇ ਕੋਲੇ ਹਰ ਰੋਜ਼ ਚੈਲੰਜ ਆਉਂਦੇ ਰਹਿਣਗੇ, ਉਹਨਾਂ ਚੈਲੰਜ ਨੂੰ ਅਸੀਂ ਓਵਰਕਮ ਕਰਦੇ ਰਹਾਂਗੇ, ਤਾਂ ਹੀ ਸਾਡੀ ਗਰੋਥ ਹੋਏਗੀ। ਇਹ ਬਿਜ਼ਨਸ ਕੱਲਾ ਪੈਸੇ ਵਾਸਤੇ ਨਹੀਂ ਹੈ। ਜਿਸ ਤਰ੍ਹਾਂ ਬਲਜੀਤ ਨੇ ਕਿਹਾ ਨਾ, ਅਗਰ ਤੁਹਾਡਾ ਪਹਿਲਾ ਕੰਮ ਹੈਗਾ, ਉਹਨੂੰ ਦਿਲ ਨਾਲ ਕਰੋ, ਲੇਕਿਨ ਇਸ ਬਿਜ਼ਨਸ ਨੂੰ ਉਸ ਤਰ੍ਹਾਂ ਦੇ ਹੀ ਦਿਲ ਨਾਲ ਕਰੋ। ਕਿਉਂ? ਕਿਉਂਕਿ ਇਹ ਇੱਕ ਵੱਖਰੇ ਤਰ੍ਹਾਂ ਦਾ ਅਨੋਖਾ ਬਿਜ਼ਨਸ ਆ। ਇਸ ਬਿਜ਼ਨਸ ਨੂੰ ਆਪਾਂ ਇਸ ਕਰਕੇ ਨਹੀਂ ਕਰ ਰਹੇ ਕਿ ਪਹਿਲੇ ਕੰਮ ਨੂੰ ਰਿਪਲੇਸ ਕਰ ਦੇਣਾ। ਆਪਾਂ ਇਸ ਕਰਕੇ ਕਰ ਰਹੇ ਹਾਂ ਕਿ ਮਲਟੀਪਲ ਸੋਰਸਸ ਤੋਂ ਪੈਸਾ ਆਉਂਦਾ ਰਹੇ, ਮਲਟੀਪਲ ਸੋਰਸਸ। ਅਸੀਂ ਇਸ ਸਰੀਰ ਦਾ, ਅਸੀਂ ਇਸ ਦਿਮਾਗ ਦਾ, ਅਸੀਂ ਇਸ ਮਾਨਸਿਕ ਡਿਵੈਲਪਮੈਂਟ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾ ਸਕੀਏ। ਕਿਉਂਕਿ ਸਾਡੇ ਕੋਲ ਲਿਮਟਿਡ ਟਾਈਮ ਹੈਗਾ। ਅਸੀਂ ਵਿਹਲੇ ਬੈਠ ਕੇ ਨਹੀਂ ਗੁਜ਼ਾਰਨਾ ਦੋਸਤੋ, ਅਸੀਂ ਕੁਝ ਡਿਵੈਲਪ ਕਰਨਾ, ਇਤਿਹਾਸ ਲਿਖਣਾ। ਸੀ ਹਰ ਬੰਦੇ ਦਾ ਇਤਿਹਾਸ ਹੁੰਦਾ। ਤੁਹਾਡੇ ਇਤਿਹਾਸ ਦੇ ਵਿੱਚ ਕਿੰਨੇ ਪੰਨੇ ਤੁਸੀਂ ਲਗਾਣੇ ਆ, ਕਿੰਨੀਆਂ ਸਟੋਰੀਜ਼ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਦੋਸਤੋ। ਉਸੇ ਬੰਦੇ ਦਾ ਹੀ ਇਤਿਹਾਸ ਪੜ੍ਹਿਆ ਜਾਂਦਾ ਜਿਹੜੇ ਇਤਿਹਾਸ ਦੇ ਵਿੱਚ ਜ਼ਿਆਦਾ ਕਠਿਨਾਈਆਂ ਹੋਣ। ਜਿਸ ਬੰਦੇ ਦੇ ਇਤਿਹਾਸ 'ਚ ਕਠਿਨਾਈ ਕੋਈ ਨਹੀਂ ਹੈ, ਉਹਦਾ ਇਤਿਹਾਸ ਪੜ੍ਹਨ ਯੋਗ ਨਹੀਂ ਹੈ। ਉਹਦੇ ਤੇ ਮੂਵੀਆਂ ਨਹੀਂ ਬਣਦੀਆਂ, ਉਹਦੀਆਂ ਬਾਇਓਗ੍ਰਾਫੀਜ਼ ਨਹੀਂ ਲਿਖੀਆਂ ਜਾਂਦੀਆਂ। ਹੁਣ ਸਵਾਲ ਇਹ ਆ
कि तुसी ये एक्सपैक्ट कर रहे हो, तुसी ये एक्सपैक्ट कर रहे हो कि मेरी लाइफ का कुछ परपज क्लीयर करके जाना मैं इत्थों, जां सिर्फ मैं पैसे वास्ते भज रहा। रॉबर्ट कियोस्की लिखते हैं कि डोंट वर्क फॉर मनी, डोंट वर्क फॉर मनी, वर्क टू एजुकेट योरसेल्फ। अपने आप नू एजुकेट करने दे लई काम करो, ग्रो करने दे लई काम करो। दोस्तों अल्टीमेट जदों तुहाडे कोले पैसा आ जाएगा, जे तुसी पैसे वास्ते ही काम करते रहे, जदों तुहाडे कोले पैसा आ जाएगा फिर तुहाडा गोल की रहेगा, और तुसी जिंदगी दे उस पड़ाव दे विच पहुंच जाओगे जिथे जाके तुसी दोबारा गोल नहीं बना पाओगे। इस करके फ्रस्ट्रेटेड होंदे आ लोग, बहुत पैसे वाले भी इस करके दुखी ने कि उन्हां दा सिर्फ और सिर्फ गोल इक्को ही है जां इक्को ही सी, सिर्फ पैसा कमाना। पैसा खुशियां नहीं दे सकता, कल्ला पैसा खुशियां नहीं दे सकता जे तुहाडा कोई परपज ऑफ लाइफ नहीं है। परपज ऑफ लाइफ दे विच पैसा आ रहा आण दो, बहुत आ रहा बहुत आण दो, वड्डियां गड्डियां आ रही ने आण दो, वड्डे घर मिल रहे आ मिलन दो। परपज ऑफ लाइफ दे लई काम करना आपां, और परपज ऑफ लाइफ दे लई काम करन वास्ते दोस्तों तुहानू कर्मशील रहना पएगा, क्रिएटिव जोन च रहना पएगा। जे तुसी क्रिएटिव जोन च रहोगे ना तां हमेशा एक्साइटेड रहो, हमेशा एक्साइटेड रहोगे। दोस्तों सारे सारे ही डिस्ट्रीब्यूटर्स दे माइंड दे विच एक चीज हमेशा आउंदी आ, कदे ना कदे आउंदी आ कि यार मेरा बिजनेस थल्ले नूं क्यों जा रहा, मेरा उपर बिजनेस हमेशा टॉप दे उत्ते क्यों नहीं रहिंदा। दोस्तों जदों तुहाडा बिजनेस टॉप ते आ इहदे जिम्मेवार तुसी हो, और जदों तुहाडा बिजनेस डाउनफॉल दे विच हैगा अपने आप नूं सोचो, पुछो कि मेरे च की कमी है, मैं की नहीं कर रहा, मैं की नहीं कर रहा, मैनू करन दी लोड़ आ। बलजीत ने बड़ी सिंपल लफ्जां च दस्सिया कि इस बिजनेस दे विच प्रोडक्ट यूज करने आ, प्रोडक्ट प्रमोट करने आ, शो दा प्लान दिखाना। मैं तुहानू सवाल करदा अगर यही 3 काम करने आ फिर सारे लोग इस बिजनेस च कामयाब क्यों नहीं हुंदे? अगर यही 3 काम ने तो सारे लोग क्यों नहीं कामयाब होंगे? दोस्तों प्रॉब्लम इत्थे ही आ, प्रॉब्लम इत्थे ही आ कि असीं इन्नी छोटी सिंपल चीज नूं असीं ये सोचना शुरू कर दिंदे आ कि हुण इह अपने आप चलेगी, हुण इह अपने आप चलेगी, ये अपने आप चलेगी पर एक समय तो बाद चलेगी। जदों तुहाडे कोलों अपने आप चलण लग गई ना, तुहाडी आदत बन गई, तुहानू पता ही नहीं लगूगा डॉक्टर ब्लैच वांगू मैं कदों किसी नूं शो दा प्लान करता, मैं कदों किसी नाल गल कर ली, उदों बिजनेस तुहाडा अपने आप चलेगा, उदों तुहाडे लीडर भी अपने आप बिजनेस करनगे। जिन्ना चिर तुसीं ये सोचदे हो कि अपने आप क्यों नहीं चलदा हैगा, की होया जे मैं 100-200 पीवी नहीं कीते, मेरी टीम नूं तां करने चाहीदे आ ना, की होया मैं रिटेलिंग नहीं कर रहा तो मेरी टीम क्यों नहीं कर रही? जदों आपां ये सोच रहे हैं आपां कंफर्टेबल हो जाने आ, उन्ना चिर दोस्तों अपने आप किद्दां चलेगा? अपने आप नूं ये सवाल करो कि जे मेरे वर्गे लोग ही सारी दुनिया च होण हुंदे तां दुनिया किहो जी हुंदी, और जे मेरे वर्गे ही लोग सारी टीम च होण, ये सवाल मैं अपने आप नूं करदा, जे मेरे वर्गे ही लोग सारी टीम च होण तां मेरी टीम किन्नी प्रोडक्टिविटी कढदी, किन्ना काम हुंदा उस टीम दे विच जे मेरे वर्गे ही सारे लोग हुंदे। आपां उस तरह दे बनना जिहो जे लोग आपां नूं टीम च चाहीदे आ। काम मुश्किल नहीं है दोस्तों, काम तां ओही 9 कोर स्टैप ने, ओही 9 कोर स्टैप ने, बुक्स सीडीज मीटिंग्स ओही ने। दोस्तों अगर आपां नूं कोई बहुत वड्डी समस्या होवे, कोई कंप्लीकेशन आ जावे जिंदगी दे विच, आपां सोचदे सोचदे रात नूं सौ जाइए तां सवेरे नूं अपने माइंड दे विच ओहदा आइडिया आ जांदा। अपना सबकॉन्शियस माइंड सारी रात ओहदा कुछ ना कुछ सॉल्यूशन लभण दे लई लग्गिया रहिंदा। दोस्तों आपां कॉन्शियस माइंड दे नाल ही परेशान आ, आपां अनकॉन्शियस कंपीटेंस नहीं बना रहे, आपां अनकॉन्शियसनैस नूं काम ते नहीं ला रहे। वो किवें लगेगी? रैपीटिशन नाल लगेगी। जदों तुहाडीआं थॉट्स, जदों तुहाडे ड्रीम्स इन्ने क भारू हो जाणगे दिमाग दे उत्ते
ਤਾਂ ਤੁਸੀਂ ਆਟੋਮੈਟਿਕਲੀ ਹੈਂਡਸ਼ੇਕ ਕਰੋਗੇ ਲੋਕਾਂ ਨਾਲ, ਆਟੋਮੈਟਿਕਲੀ ਗੱਲਬਾਤ ਕਰੋਗੇ, ਆਟੋਮੈਟਿਕਲੀ ਫੋਨ ਕਾਲ ਕਰੋਗੇ। ਤੁਹਾਡੇ ਦਿਮਾਗ ਦੇ ਵਿੱਚ ਅੱਜ ਵੀ ਤੁਸੀਂ ਉਹੀ ਕਰਦੇ ਹੋ ਜੋ ਤੁਹਾਡੇ ਦਿਮਾਗ 'ਚ ਹਮੇਸ਼ਾ ਚੱਲਦਾ ਰਹਿੰਦਾ। ਐਕਸ਼ਨ ਆਪਾਂ ਉਹੀ ਕਰਦੇ ਹਾਂ ਜੋ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਜਗ੍ਹਾ ਬਣਾ ਕੇ ਰੱਖਦਾ, ਅਸੀਂ ਉਹੀ ਕੰਮ ਕਰਦੇ ਹਾਂ। ਅਗਰ ਇਸ ਬਿਜ਼ਨਸ ਨੂੰ ਬਿਲਡ ਕਰਨਾ ਤਾਂ ਆਪਣੇ ਦਿਮਾਗ ਦੇ ਵਿੱਚ ਇਸ ਬਿਜ਼ਨਸ ਨੂੰ ਜਗ੍ਹਾ ਦਿਓ, ਵੱਧ ਜਗ੍ਹਾ ਦਿਓ, ਹੋਰ ਵੱਧ ਜਗ੍ਹਾ ਦਿਓ। ਜਿੰਨੀ ਵੱਧ ਜਗ੍ਹਾ ਸਾਡੇ ਮਾਈਂਡ ਦੇ ਵਿੱਚ ਇਸ ਬਿਜ਼ਨਸ ਪ੍ਰਤੀ ਹੋਏਗੀ, ਉਨਾ ਹੀ ਐਕਸ਼ਨ ਸਾਡਾ ਪਰਮਾਨੈਂਟ ਹੋਏਗਾ, ਕੰਸਿਸਟੈਂਸੀ ਬਣੇਗੀ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਰਹੇਗਾ। ਅਸੀਂ ਹਮੇਸ਼ਾ ਉਹਦੇ ਬਾਰੇ ਸੋਚਾਂਗੇ ਕਿ ਹੁਣ ਕਿਹਦੇ ਨਾਲ ਗੱਲ ਕਰਨੀ ਹੈ। ਨਹੀਂ ਕੀ ਹੋਏਗਾ, ਨਹੀਂ ਹੋਣਗੇ ਡਾਊਟਸ ਵੀ ਏਦਾਂ ਕਿਵੇਂ ਹੋਏਗਾ, ਡਰ। ਜਦੋਂ ਜ਼ਿੰਦਗੀ 'ਚ ਡਰ ਵੱਧ ਜਾਂਦੇ ਆ ਦੋਸਤੋ, ਤਾਂ ਅਸੀਂ ਸਾਰੀਆਂ ਪੋਸੀਬਿਲਿਟੀਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸਾਨੂੰ ਪੋਸੀਬਿਲਿਟੀਜ਼ ਨਜ਼ਰ ਨਹੀਂ ਆਉਂਦੀਆਂ, ਪਰ ਜ਼ਿੰਦਗੀ 'ਚ ਜਦੋਂ ਵਿਸ਼ਵਾਸ ਵੱਧ ਜਾਂਦੇ ਆ ਤਾਂ ਹਰ ਜਗ੍ਹਾ ਪੋਸੀਬਿਲਿਟੀਜ਼ ਨਜ਼ਰ ਆਉਂਦੀਆਂ ਨੇ। ਸਾਨੂੰ ਏਦਾਂ ਲੱਗਦਾ ਕਿ ਰੱਬ ਨੇ ਕਿੰਨੀ ਖੂਬਸੂਰਤ ਦੁਨੀਆ ਬਣਾਈ ਆ। ਤੁਸੀਂ ਦੇਖੋ, ਜਦੋਂ ਤੁਸੀਂ ਕਿਸੇ ਵੀ ਜ਼ਿੰਦਗੀ ਦੀ ਸਟੇਜ ਦੇ ਉੱਤੇ ਬਹੁਤ ਖੁਸ਼ ਹੁੰਦੇ ਹੋ ਤਾਂ ਸਾਰੇ ਲੋਕ ਤੁਹਾਨੂੰ ਖੁਸ਼ ਲੱਗਦੇ ਆ, ਔਰ ਜਦੋਂ ਤੁਸੀਂ ਕਿਸੇ ਕਾਰਨ ਕਰਕੇ ਦੁਖੀ ਹੁੰਦੇ ਹੋ ਜ਼ਿੰਦਗੀ 'ਚ, ਤੁਹਾਨੂੰ ਏਦਾਂ ਲੱਗਦਾ ਕਿ ਸਾਰੀ ਦੁਨੀਆ ਹੀ ਦੁਖੀ ਹੈ। ਕਹਿਣ ਦਾ ਮਤਲਬ ਕੀ ਆ, ਜੋ ਸਾਡੇ ਥਾਟ ਪ੍ਰੋਸੈਸ ਦੇ ਵਿੱਚ ਚੱਲਦਾ ਨਾ, ਤੁਹਾਨੂੰ ਦਿਖਦਾ ਵੀ ਉਹੀ ਆ। ਤਾਂ ਫਿਰ ਕੀ ਦੇਖਣਾ ਚਾਹੁੰਦੇ ਹੋ? ਉਹੀ ਥਾਟ ਪ੍ਰੋਸੈਸ ਦੇ ਵਿੱਚ ਚਲਾਣਾ। ਕਿੱਦਾਂ ਚੱਲੇਗਾ? ਐਸੋਸੀਏਸ਼ਨ ਦੇ ਨਾਲ। ਕਿੱਦਾਂ ਚੱਲੇਗਾ? ਜ਼ਿਆਦਾ BBS ਅਟੈਂਡ ਕਰਦੇ ਹੁੰਦੇ ਸੀ, ਜ਼ਿਆਦਾ FEDs ਤੇ ਜਾਂਦੇ ਸੀ, ਜ਼ਿਆਦਾ CDs ਸੁਣਦੇ ਸੀ, ਜ਼ਿਆਦਾ ਬੁੱਕਸ ਪੜ੍ਹਦੇ ਸੀ, ਅਪਲਾਈਨ ਕੋਲੇ ਹਮੇਸ਼ਾ ਬੈਠੇ ਰਹਿੰਦੇ ਸੀ। ਭਾਜੀ ਸਾਨੂੰ ਦੱਸੋ ਕੀ ਕਰਨਾ, ਭਾਜੀ ਸਾਨੂੰ ਹੋਰ ਦੱਸੋ। ਉਹ ਭੁੱਖ ਪੈਦਾ ਕਰਨੀ ਆ ਆਪਣੇ ਅੰਦਰ, ਉਹ ਐਕਸਾਈਟਮੈਂਟ ਆਉਣੀ ਚਾਹੀਦੀ ਆ, ਉਹ ਜਨੂਨ ਆਉਣਾ ਚਾਹੀਦਾ, ਕਿਉਂਕਿ ਬਿਨਾਂ ਜਨੂਨ ਤੋਂ ਵੱਡੇ ਕੰਮ ਨਹੀਂ ਕੀਤੇ ਜਾ ਸਕਦੇ। ਕਿੱਦਾਂ ਪੋਸੀਬਲ ਹੈਗਾ ਐਸੋਸੀਏਸ਼ਨ, ਬੁੱਕਸ, CDs, ਮੀਟਿੰਗ, ਇਹਨੂੰ ਵਧਾਓ, ਰੂਟੀਨ 'ਚ ਪੈਦਾ ਕਰੋ। ਉਸ ਤੋਂ ਬਾਅਦ ਕੀ ਕਰਨਾ, ਅਪਲਾਈਨ ਦੇ ਨਾਲ ਰੈਗੂਲਰ ਕਮਿਊਨੀਕੇਸ਼ਨ 'ਚ ਰਹੋ। ਕੰਮ ਹੋ ਰਿਹਾ ਤਾਂ ਵੀ ਰਹੋ, ਨਹੀਂ ਹੋ ਰਿਹਾ ਤਾਂ ਵੀ ਰਹੋ। ਹੋ ਰਿਹਾ ਕਿਵੇਂ ਕਰਨਾ, ਕਿਵੇਂ ਅੱਗੇ ਕਰਨਾ, ਤਾਂ ਪੁੱਛਣਾ ਉਹਨਾਂ ਨੂੰ। ਅਗਰ ਨਹੀਂ ਹੋ ਰਿਹਾ ਤਾਂ ਪੁੱਛਣਾ ਕਿ ਮੇਰੇ ਤੋਂ ਹੋ ਕਿਉਂ ਨਹੀਂ ਰਿਹਾ, ਦੱਸੋ ਮੇਰੀ ਕੀ ਕਮੀ ਹੈਗੀ ਆ, ਮੈਨੂੰ ਦੱਸੋ, ਮੈਂ ਕਿਹੜੀ CD ਹੋਰ ਸੁਣਾ। ਅਪਲਾਈਨ ਨੂੰ ਸਵਾਲ ਕਰੋ ਕਿਉਂ ਕਰਨਾ ਹੈ ਦੋਸਤੋ, ਕਿਉਂਕਿ ਬਿਜ਼ਨਸ ਕਰਨਾ ਹੀ ਪੈਣਾ ਆਪਾਂ ਨੂੰ। ਕਿਉਂ ਕਰਨਾ ਪੈਣਾ? ਇਸ ਤੋਂ ਬਿਨਾਂ ਚਾਰਾ ਨਹੀਂ ਹੈ ਕੋਈ। ਕੰਪੈਰੀਜ਼ਨ ਸ਼ੀਟ ਬਣਾ ਕੇ ਦੇਖ ਲਓ, ਅਗਰ ਇਹ ਨਹੀਂ ਕਰੋਗੇ ਤਾਂ ਕੀ ਕਰੋਗੇ। ਮੈਂ ਨਹੀਂ ਕਹਿੰਦਾ ਕਿ ਹੋਰ ਕੰਮ ਨਹੀਂ ਹੈਗੇ ਦੁਨੀਆ 'ਚ, ਲੇਕਿਨ ਇੰਨਾ ਕੁਝ ਨਹੀਂ ਮਿਲ ਸਕਦਾ। ਹੋਰ ਬਹੁਤ ਕੁਝ ਮਿਲ ਸਕਦਾ, ਪੈਸਾ ਮਿਲ ਸਕਦਾ, ਅੱਛੀਆਂ ਕਾਰਾਂ ਮਿਲ ਸਕਦੀਆਂ ਨੇ, ਲਾਈਫਸਟਾਈਲ ਮਿਲ ਸਕਦਾ, ਲੇਕਿਨ ਇੰਨਾ ਕੁਝ ਨਹੀਂ ਮਿਲ ਸਕਦਾ। ਮੈਂ ਤੁਹਾਨੂੰ ਵਾਅਦੇ ਨਾਲ ਕਹਿ ਸਕਦਾ, 100% ਸ਼ੋਰਿਟੀ ਨਾਲ ਕਹਿ ਸਕਦਾ ਕਿ ਜਿੰਨਾ ਕੁਝ ਇਸ ਬਿਜ਼ਨਸ 'ਚ ਮਿਲਦਾ ਨਾ, ਉਹ ਰਿਵਾਰਡਸ ਦੀ ਲਿਸਟ ਬਣਾ ਲਓ। ਪਰ ਜਿਹੜਾ ਵੀ ਕੰਮ ਤੁਸੀਂ ਕੰਪੈਰੀਜ਼ਨ 'ਚ ਰੱਖਣਾ ਚਾਹੁੰਦੇ ਹੋ, ਉਹਦੇ ਰਿਵਾਰਡਸ ਦੀ ਲਿਸਟ ਬਣਾ ਲਓ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਟਾਈਮ ਲਗਾਉਣਾ ਕਿੱਥੇ ਵਰਤ ਹੈਗਾ। ਲੇਕਿਨ ਫਿਰ ਵੀ ਮੈਂ ਕਹਿ ਰਿਹਾ, ਜੋ ਤੁਸੀਂ ਕਰ ਰਹੇ ਹੋ ਜ਼ਬਰਦਸਤ ਤਰੀਕੇ ਨਾਲ ਉਹਨੂੰ ਕਰੋ, ਲੇਕਿਨ ਜਿਹੜਾ ਟਾਈਮ ਇਸ ਬਿਜ਼ਨਸ ਨੂੰ ਦਿੱਤਾ, ਇਸੇ ਬਿਜ਼ਨਸ ਨੂੰ ਦਿਓ, ਠੋਕ ਵਜਾ ਕੇ ਦਿਓ। ਜਦੋਂ ਤੁਸੀਂ ਪਹਿਲਾ ਕੰਮ ਕਰ ਰਹੇ ਹੋ, ਪ੍ਰੋਫੈਸ਼ਨ ਕਰ ਰਹੇ ਹੋ ਜਾਂ ਆਪਣੀ ਜੌਬ ਕਰ ਰਹੇ ਹੋ, ਤਾਂ ਉਹਨੂੰ ਰਿਪਲੇਸ ਕਰਕੇ ਇਹਦੇ ਲਈ ਟਾਈਮ ਨਾ ਕੱਢੋ। ਲੇਕਿਨ ਜਦੋਂ ਤੁਸੀਂ MBA ਬਿਜ਼ਨਸ ਦਾ ਟਾਈਮ ਰੱਖਿਆ ਹੈ, ਉਸ ਟਾਈਮ ਵਿੱਚ ਵੀ ਹੋਰ ਕੁਝ ਨਾ ਕਰੋ। ਮੰਨ ਲਓ ਤੁਹਾਡਾ ਆਫਿਸ ਦਾ ਟਾਈਮ ਹੈਗਾ, ਉਸ ਵੇਲੇ ਅਗਰ ਤੁਹਾਡੀ ਵਾਈਫ ਤੁਹਾਨੂੰ ਕਹਿੰਦੇ ਆ ਕਿ ਚਲੋ ਜੀ ਬਾਜ਼ਾਰ ਚਲੀਏ, ਕੀ ਤੁਸੀਂ ਜਾਓਗੇ? ਸਵਾਲ ਕਰੋ ਆਪਣੇ ਆਪ ਨੂੰ। ਅਗਰ ਸ਼ਾਮ ਦਾ ਟਾਈਮ ਤੁਸੀਂ ਆਪਣੇ ਬਿਜ਼ਨਸ ਨੂੰ ਦਿੱਤਾ ਹੈਗਾ, ਦਿਸ ਇਜ਼ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਇਹਨੂੰ ਕਹਿੰਦੇ ਆ ਕਿ ਮੈਂ ਇਹ ਟਾਈਮ ਬਿਜ਼ਨਸ ਲਈ ਕੱਢਣਾ ਹੈ, ਇਹ ਟਾਈਮ ਮੈਂ ਕੱਢਣਾ ਹੀ ਕੱਢਣਾ, ਕੁਝ ਵੀ ਹੋ ਜਾਏ। ਹਾਂ ਠੀਕ ਹੈ, ਕੋਈ ਐਮਰਜੈਂਸੀ ਹੈਗੀ, ਆਪਾਂ ਫਿਰ ਉਸ ਚੀਜ਼ ਦੀ ਗੱਲ ਨਹੀਂ ਕਰ ਰਹੇ, ਲੇਕਿਨ ਰੂਟੀਨ ਦੇ ਵਿੱਚ ਅਗਰ ਆਪਾਂ ਧਾਰ ਲਿਆ ਹੈਗਾ ਕਿ ਸ਼ਾਮ ਦੇ 2 ਘੰਟੇ ਲਾਣੇ ਆ, ਤਾਂ ਉਹ 2 ਘੰਟੇ ਮੀਨਸ ਮੈਂ 2 ਘੰਟੇ MBA ਬਿਜ਼ਨਸ ਨੂੰ ਦਿਆਂਗਾ। ਉਸ ਵੇਲੇ ਮੈਂ ਫੈਮਿਲੀ ਦਾ ਕੋਈ ਕੰਮ ਨਹੀਂ ਕਰਾਂਗਾ, ਉਸ ਵੇਲੇ ਮੈਂ ਆਪਣੇ ਬਿਜ਼ਨਸ, ਦੂਸਰੇ ਪ੍ਰੋਫੈਸ਼ਨ, ਜੌਬ ਦਾ ਕੋਈ ਕੰਮ ਨਹੀਂ ਕਰਾਂਗਾ, ਉਸ ਵੇਲੇ ਮੈਂ MBA ਬਿਜ਼ਨਸ ਦਾ ਕੰਮ ਕਰਾਂਗਾ। 100% ਸ਼ੋਰਿਟੀ ਨਾਲ ਮੈਂ ਤੁਹਾਨੂੰ ਕਹਿ ਰਿਹਾ, ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਸਹੀ ਟਾਈਮ ਦੇਣਾ ਸ਼ੁਰੂ ਕਰ ਦਿਓ, ਬਿਜ਼ਨਸ ਬਾਰੇ ਸਿਰਫ ਸੋਚਣਾ ਹੀ ਸ਼ੁਰੂ ਕਰ ਦਿਓ, ਤਾਂ ਬਿਜ਼ਨਸ ਤੁਹਾਡੇ ਬਾਰੇ ਸੋਚਣ ਲੱਗ ਜਾਏਗਾ ਕਿ ਬੰਦੇ ਦਾ ਮੈਂ ਕਰਨਾ ਕੀ। ਤੁਹਾਨੂੰ ਬੰਦੇ ਦਿਖਣੇ ਸ਼ੁਰੂ ਹੋ ਜਾਣਗੇ, ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡੀ ਅੱਖਾਂ ਦੇ ਅੱਗੋਂ ਪਰਦਾ ਖੁੱਲ ਜਾਏਗਾ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਥਾਟ ਜਨਮ ਲੈ ਲਏਗੀ ਕਿ ਮੈਂ ਕਰ ਸਕਦਾ।
ਦੋਸਤੋ ਸੁਪਨਾ ਲਓ, ਵੱਡਾ ਸੁਪਨਾ ਲਓ, ਡ੍ਰੀਮਸ ਲਓ, ਤੁਸੀਂ ਕਰ ਸਕਦੇ ਹੋ। ਕਦੇ ਵੀ ਆਪਣੇ ਆਪ ਦੇ ਉੱਤੇ ਡਾਊਟ ਨਾ ਕਰੋ, ਆਪਣੇ ਆਪ ਤੇ ਡਾਊਟ ਬਿਲਕੁਲ ਨਾ ਕਰੋ। ਡਾਕਟਰ ਬ੍ਰੈਚ ਹਮੇਸ਼ਾ ਕਹਿੰਦੇ ਆ ਕਿ ਮੈਂ ਤਾਂ ਕੀਤਾ ਹੀ ਕੱਖ ਨਹੀਂ, ਕਿਉਂਕਿ ਵਾਕਈ ਇਸ ਬਿਜ਼ਨਸ ਦੇ ਵਿੱਚ ਇੰਨਾ ਕੰਮ ਨਹੀਂ ਹੈਗਾ। ਇਸ ਬਿਜ਼ਨਸ ਦੇ ਵਿੱਚ ਸਿਰਫ ਵਿਸ਼ਵਾਸ ਦੀ ਖੇਡ ਆ। ਆਪਣੇ ਵਿਸ਼ਵਾਸ ਨੂੰ ਜਿੰਨਾ ਮਰਜ਼ੀ ਉੱਚਾ ਚੱਕ ਲਓ। ਸਿਰਫ ਮਾਈਂਡ ਗੇਮ ਹੈਗੀ ਆ ਦੋਸਤੋ। ਜਦੋਂ ਇੱਕ ਇਨਸਾਨ ਦੀ ਜੁੱਤੀ ਦੇ ਵਿੱਚ ਕੋਈ ਛੋਟੀ ਜਿਹੀ ਕੰਕਰ ਆ ਜਾਂਦੀ ਹੈ ਨਾ, ਉਹ ਤੁਰ ਨਹੀਂ ਸਕਦਾ 4 ਕਦਮ ਵੀ। ਇਸੇ ਤਰੀਕੇ ਨਾਲ ਡਾਊਟ ਹੈ, ਜਦੋਂ ਮਾਈਂਡ ਦੇ ਵਿੱਚ ਡਾਊਟ ਆ ਜਾਂਦਾ ਨਾ, ਉਹ 2 ਕਦਮ ਵੀ ਨਹੀਂ ਚੱਲ ਸਕਦਾ, 2 ਪਲਾਨ ਵੀ ਨਹੀਂ ਕਰ ਸਕਦਾ। ਪਲਾਨ ਦਿਖਾਉਂਦਾ, ਪੈਨ ਰੁਕ ਜਾਂਦਾ। ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਮੈਂ ਕਹਿੰਦਾ ਵੀ ਹੈਗਾ ਕਿ 1 ਲੱਖ ਰੁਪਏ ਮਹੀਨੇ ਦੀ ਇਨਕਮ ਦਿਖਾਣੀ ਆ ਫਾਊਂਡਰ ਪਲੈਟੀਨਮ ਲੈਵਲ ਤੇ, ਉਹ 40-50 ਹਜ਼ਾਰ ਰੁਪਇਆ ਦਿਖਾਣਗੇ। ਜਿੰਨਾ ਵੱਡਾ ਵਿਸ਼ਵਾਸ ਹੁੰਦਾ ਨਾ ਦੋਸਤੋ, ਉਨੇ ਵੱਡੇ ਹੀ ਲਫ਼ਜ਼ ਨਿਕਲਦੇ ਆ। ਇਸ ਕਰਕੇ ਗੇਮ ਹੈਗੀ ਆ ਆਪਣੇ ਵਿਸ਼ਵਾਸਾਂ ਦੀ। ਆਪਣੇ ਵਿਸ਼ਵਾਸਾਂ ਨੂੰ ਵਧਾਉਣਾ, ਆਪਣੇ ਡਾਊਟਸ ਨੂੰ ਓਵਰਕਮ ਕਰਨਾ। ਡਾਊਟਸ ਦੇ ਨਾਲ ਲੜਨਾ ਸ਼ੁਰੂ ਕਰੋ। ਅਗਰ ਦਿਮਾਗ ਦੇ ਵਿੱਚ ਕੋਈ ਡਾਊਟ ਆਉਂਦਾ ਦੋਸਤੋ, ਇੱਕ ਵਾਰੀ ਸੋਚ ਲਓ ਕਿ ਇਹ ਬਿਜ਼ਨਸ ਕਰਨ ਲਾਇਕ ਹੈ ਜਾਂ ਨਹੀਂ ਹੈ। ਬਹੁਤ ਸਾਰੀਆਂ ਕੰਪਨੀਆਂ ਆਉਣਗੀਆਂ, ਬਹੁਤ ਸਾਰੀਆਂ ਜਾਣਗੀਆਂ, ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਹੁਣ ਵੀ ਆਉਂਦੀਆਂ ਰਹਿਣਗੀਆਂ, ਅੱਜ ਤੋਂ 10 ਸਾਲ ਬਾਅਦ ਵੀ ਆਉਂਦੀਆਂ ਰਹਿਣਗੀਆਂ। ਪਰ ਕੀ ਆਪਣੇ ਆਪ ਨੂੰ ਸਵਾਲ ਕਰੋ ਤੁਸੀਂ, ਕੀ ਐਮਵੇ ਵਰਗਾ ਪ੍ਰੋਡਕਟ ਹੈ ਕਿਸੇ ਕੋਲੇ? ਐਮਵੇ ਬਿਜ਼ਨਸ ਦੇ ਜਿੰਨੇ ਵੀ ਪ੍ਰੋਡਕਟ ਹੈਗੇ ਆ ਦੋਸਤੋ, 60% 70% ਉਹ ਲੋਕ ਖਰੀਦਦੇ ਆ ਜਿਹੜੇ ਐਮਵੇ ਬਿਜ਼ਨਸ ਵੀ ਨਹੀਂ ਕਰਦੇ। ਰਿਪੀਟਡ ਆਰਡਰਸ ਆਉਂਦੇ ਆ, ਡਾਇਰੈਕਟ ਲੋਕੀ ਜਾ ਕੇ ਵਾਕ ਇਨ ਕਸਟਮਰਸ ਆਉਂਦੇ ਆ ਐਮਵੇ ਸਟੋਰਾਂ ਦੇ ਵਿੱਚ। ਕਿਉਂ? ਕਿਉਂਕਿ ਪ੍ਰੋਡਕਟ ਦੇ ਵਿੱਚ ਜਾਨ ਹੈਗੀ ਆ। ਅਗਰ ਪ੍ਰੋਡਕਟ ਦੇ ਵਿੱਚ ਜਾਨ ਹੈਗੀ ਆ ਤਾਂ ਬਿਜ਼ਨਸ ਚੱਲੇਗਾ। ਕਿਹਦਾ ਚੱਲੇਗਾ? ਜਿਸ ਬੰਦੇ 'ਚ ਜਾਨ ਹੋਏਗੀ। ਆਪਣੇ ਅੰਦਰ ਇਹ ਪੈਦਾ ਕਰੋ। ਕੋਈ ਟੀਚਿੰਗ ਦੀ ਲੋੜ ਨਹੀਂ ਹੈਗੀ। ਜਿੰਨੇ ਲੀਡਰਸ ਨੇ ਗੱਲਬਾਤ ਕੀਤੀ ਹੋਈ ਆ, ਗ੍ਰਿਡ ਸਿਸਟਮ ਦੇ ਵਿੱਚ ਸਾਰਾ ਕੁਝ ਪਿਆ ਹੈਗਾ, ਉੱਥੋਂ ਵਿਸ਼ਵਾਸ ਚੱਕੋ। ਦੇਖੋ ਇੱਕ ਦੁਰਗਾ ਦਾਸ ਵਰਗਾ ਸਾਈਕਲ ਮਕੈਨਿਕ ਕਿਵੇਂ ਇਸ ਬਿਜ਼ਨਸ 'ਚ ਸਕਸੈਸਫੁਲ ਹੋਇਆ। ਕਿਵੇਂ ਹੋਇਆ? ਕਿਉਂਕਿ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਨਹੀਂ ਆਈ ਕਿ ਮੈਂ ਨਹੀਂ ਕਰ ਸਕਦਾ। ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਇਹੀ ਰਿਹਾ ਕਿ ਮੈਂ ਕਰ ਸਕਦਾ। ਦੋਸਤੋ ਸਿਰਫ ਇਹ 2 ਹੀ ਸੈਂਟੈਂਸ ਨੇ। ਇੱਕ ਸੈਂਟੈਂਸ ਕਿਸਮਤ ਖੋਲ ਦੇਗਾ, ਦੂਸਰਾ ਸੈਂਟੈਂਸ ਬਦਕਿਸਮਤੀ ਖੋਲੇਗਾ। ਮੈਂ ਕਰ ਸਕਦਾ ਵਾਲੇ ਪਾਸੇ ਜਾਣਾ ਆਪਾਂ, ਮੇਰੇ ਤੋਂ ਨਹੀਂ ਹੋਣਾ ਇਸ ਪਾਸੇ ਨਹੀਂ ਜਾਣਾ। ਡਿਸਟਰੈਕਸ਼ਨ ਹੈ। ਇਸ ਬਿਜ਼ਨਸ ਨੂੰ ਹੀ ਨਹੀਂ, ਇਹ ਥਾਟ ਤੁਸੀਂ ਇਸ ਬਿਜ਼ਨਸ ਨੂੰ ਹੀ ਨਹੀਂ ਦਿਓਗੇ। ਇਹ ਥਾਟ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਬਣਿਆ ਰਹੇਗਾ, ਕੰਡੇ ਵਾਂਗੂ ਚੁੱਭਦਾ ਰਹੇਗਾ। ਅਗਰ ਤੁਸੀਂ ਇੱਥੇ ਪ੍ਰੂਵ ਕਰ ਦਿੱਤਾ ਕਿ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਇਹ ਨਹੀਂ ਹੋਇਆ, ਇਹ ਥਾਟ ਸਾਰੀ ਜ਼ਿੰਦਗੀ ਤੰਗ ਕਰੇਗਾ ਤੁਹਾਨੂੰ। ਇਸ ਕਰਕੇ ਇਹ ਜੰਗ ਆਪਣੇ ਆਪ ਲਈ ਜਿੱਤਣੀ ਆ ਕਿ ਮੈਂ ਕਰ ਸਕਦਾ, ਔਰ ਮੈਂ ਕਰ ਸਕਦਾ, ਮੈਂ ਕਰ ਸਕਦਾ। ਜਿੰਨੇ ਵੀ ਪੁਰਾਣੇ ਲੀਡਰ ਹੈਗੇ, ਮੈਂ ਤੁਹਾਨੂੰ ਚੈਲੰਜ ਕਰਦਾ, ਅਗਰ ਇਸ ਬਿਜ਼ਨਸ ਨੂੰ ਆਪਾਂ ਨਹੀਂ ਕਰ ਪਾਏ, ਆਪਣੇ ਆਪ ਨੂੰ ਕੀ ਜਵਾਬ ਦਿਓਗੇ? ਆਪਣੇ ਬੱਚਿਆਂ ਦੇ ਸਾਹਮਣੇ ਕੀ ਜਵਾਬ ਦਿਓਗੇ? ਆਪਣੀ ਵਾਈਫ ਦੇ ਸਾਹਮਣੇ ਕੀ ਜਵਾਬ ਦਿਓਗੇ? ਜਿਨ੍ਹਾਂ ਰਿਸ਼ਤੇਦਾਰਾਂ ਨੂੰ, ਜਿਨ੍ਹਾਂ ਦੋਸਤਾਂ ਨੂੰ ਆਪਾਂ ਚੈਲੰਜ ਕੀਤੇ ਹੋਏ ਆ, ਉਹਨਾਂ ਨੂੰ ਕੀ ਜਵਾਬ ਦਿਓਗੇ? ਉਸ ਗਿਲਟ ਨੂੰ ਲੈ ਕੇ, ਉਸ ਰਿਗਰੈਟ ਨੂੰ ਲੈ ਕੇ ਜੀਣਾ ਮੁਸ਼ਕਲ ਹੋ ਜਾਏਗਾ ਦੋਸਤੋ। ਉਹਦਾ ਭਾਰ ਝੱਲ ਨਹੀਂ ਪਾਵਾਂਗੇ ਆਪਾਂ, ਉਸ ਹਾਰ ਦੇ ਨਾਲ ਜੀ ਨਹੀਂ ਪਾਵਾਂਗੇ ਆਪਾਂ। ਇਸ ਕਰਕੇ ਇਹ ਚੀਜ਼ ਸੋਚਣੀ ਹੈਗੀ ਆ ਕਿ ਮੇਰੀ ਜੰਗ ਇੰਨੀ ਵੱਡੀ ਨਹੀਂ ਹੈ, ਪਰ ਉਹ ਰਿਗਰੈਟ ਦਾ ਭਾਰ ਬਹੁਤ ਵੱਡਾ ਹੈ। ਉਸ ਚੀਜ਼ ਤੋਂ ਡਰ ਲੱਗਦਾ ਹੈ। ਵਿਸ਼ਵਾਸ ਕਰੋ ਕਿ ਆਪਾਂ ਕਰ ਸਕਦੇ। ਕੋਈ ਨਦੀ ਨਹੀਂ ਪਾਰ ਕਰਨੀ ਤੈਰ ਕੇ, ਕੁਝ ਵੀ ਖਾਸ ਨਹੀਂ ਹੈਗਾ। ਕੰਮ ਕੀ ਹੈਗਾ ਦੋਸਤੋ? ਹਰ ਰੋਜ਼ ਬੁੱਕਸ ਦੇ ਉੱਤੇ ਆ ਜਾਓ ਪਹਿਲਾਂ ਵਾਂਗੂ, ਹਰ ਰੋਜ਼ ਸੀਡੀਜ਼ ਦੇ ਉੱਤੇ ਆ ਜਾਓ ਪਹਿਲਾਂ ਵਾਂਗੂ। ਬਿਲਕੁਲ ਪਿੰਨ ਪੁਆਇੰਟ ਕਰੋ ਇਹਨਾਂ ਚੀਜ਼ਾਂ ਨੂੰ। ਹਰ ਰੋਜ਼ ਆਪਣੀ ਅਪਲਾਈਨ ਨਾਲ ਗੱਲ ਕਰੋ, ਮੀਟਿੰਗਸ ਅਟੈਂਡ ਕਰੋ, ਮੀਟਿੰਗਸ ਖੁਦ ਕਰੋ ਲੋਕਾਂ ਦੇ ਲਈ, ਹਰ ਰੋਜ਼ ਕਰੋ। ਪਹਿਲਾਂ 20-20, 50-50 ਕਿਲੋਮੀਟਰ ਭੱਜ ਕੇ ਕਰਦੇ ਸੀਗੇ, ਹੁਣ ਆਪਾਂ ਘਰੇ ਬੈਠ ਕੇ ਕਰ ਸਕਦੇ ਹਾਂ। ਨਾ ਤਾਂ ਆਪਣੇ ਖਰਚੇ ਵਧੇ ਆ, ਹੁਣ ਖਰਚੇ ਵੀ ਆਪਣੇ ਕੰਟਰੋਲ ਹੋ ਗਏ। ਕਿਸੇ ਨੂੰ 20,000 ਰੁਪਇਆ ਵੀ ਮਹੀਨਾ ਆਏਗਾ ਤਾਂ 20,000 ਰੁਪਇਆ ਬਚੇਗਾ ਉਹਦਾ। ਅਪਲਾਈਨ ਨਾਲ ਗੱਲਬਾਤ ਕਰਦੇ ਰਹੋ, ਸੈਲਫ ਟਾਕ ਕਰੋ, ਸੈਲਫ ਟਾਕ ਕਰੋ। ਹਰ ਰੋਜ਼ ਆਪਣੇ ਆਪ ਨਾਲ ਗੱਲ ਕਰੋ ਕਿ ਮੇਰੇ ਅੰਦਰ ਕੀ ਸਟਰੈਂਥਸ ਨੇ, ਮੇਰੇ ਅੰਦਰ ਕੀ ਪਾਵਰਸ ਨੇ, ਸ਼ਕਤੀਆਂ ਕੀ ਨੇ। ਇੱਕ ਡਾਇਮੰਡ ਵੱਲ ਦੇਖੋ, ਡਾਇਮੰਡ ਦੀ ਪਰਸਨੈਲਿਟੀ ਦੇਖੋ। ਇਹ ਦੇਖੋ ਕਿ ਉਸ ਬੰਦੇ ਦੇ ਵਿੱਚ ਕਿਹੜੀ ਚੀਜ਼ ਮੇਰੇ ਨਾਲੋਂ ਘੱਟ ਹੈ, ਮੇਰੇ 'ਚ ਉਹਦੇ ਨਾਲੋਂ ਕਿਹੜੀ ਚੀਜ਼ ਵੱਧ ਹੈ। ਇਹ ਦੇਖੋ। ਆਪਾਂ ਨੂੰ ਪ੍ਰਮਾਤਮਾ ਨੇ ਯੂਨੀਕ ਬਣਾਇਆ ਦੋਸਤੋ।
ਇਹ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਡਾਇਮੰਡ ਦੇ ਵਿੱਚ ਹੀ ਜ਼ਿਆਦਾ ਨੇ। ਕੁਝ ਚੀਜ਼ਾਂ ਨੇ ਤੁਹਾਡੇ ਵਿੱਚ ਵੀ ਜ਼ਿਆਦਾ ਨੇ, ਮੇਰੇ 'ਚ ਵੀ ਜ਼ਿਆਦਾ ਨੇ, ਆਪਾਂ ਉਹਨਾਂ ਤੋਂ ਵਧੀਆ ਵੀ ਕਰ ਸਕਦੇ ਹਾਂ। ਪਰ ਸਾਡੇ ਤੋਂ ਉਹਨਾਂ ਦਾ ਫਰਕ ਕੀ ਆ? ਉਹਨਾਂ ਨੇ ਡਿਸਿਪਲਿਨ ਕੀਤਾ ਆਪਣੇ ਆਪ ਨੂੰ, ਆਪਣੇ ਡ੍ਰੀਮਸ ਦੇ ਉੱਤੇ ਫੋਕਸ ਕਰਕੇ 100% ਫੋਕਸ ਬਣਾ ਕੇ ਰੱਖਿਆ, ਕਿ ਟਨਲ ਫੋਕਸ ਬਣਾਇਆ ਉਹਨਾਂ ਨੇ। ਉਸ ਟਨਲ ਫੋਕਸ ਨੂੰ ਹਿੱਲਣ ਨਹੀਂ ਦਿੱਤਾ। ਜਦੋਂ ਦਿਮਾਗ ਦੇ ਵਿੱਚ ਨੈਗੇਟਿਵ ਥਾਟ ਆਇਆ, ਉਸੇ ਵੇਲੇ ਉਹਨਾਂ ਨੇ ਕੱਢ ਕੇ ਸੈਲਫ ਟਾਕ ਕੀਤੀ ਕਿ ਮੈਂ ਕਰ ਸਕਦਾ, ਮੈਂ ਕਰ ਸਕਦਾ, ਮੈਂ ਕਰ ਸਕਦਾ। ਲੜਾਈ ਉਹਨਾਂ ਨੇ ਵੀ ਲੜੀ ਆਪਣੇ ਆਪ ਨਾਲ, ਜੰਗ ਉਹਨਾਂ ਦੀ ਵੀ ਰਹੀ ਹੈ, ਇਹ ਹੁਣ ਵੀ ਰਹੇਗੀ, ਸਭ ਹਮੇਸ਼ਾ ਹੀ ਰਹੇਗੀ। ਇਹ ਨਹੀਂ ਹੈਗਾ ਕਿ ਅੱਜ ਤੋਂ ਬਾਅਦ ਇਹ ਜੰਗ ਆਪਣੀ ਖਤਮ ਹੋ ਜਾਏਗੀ, ਹਮੇਸ਼ਾ ਰਹੇਗੀ। ਦੋਸਤੋ, ਇਸ ਬਿਜ਼ਨਸ ਦੇ ਵਿੱਚ ਨੈਗੇਟਿਵ ਲੋਕਾਂ ਦੇ ਸਮੁੰਦਰ ਨੂੰ ਪਾਰ ਕਰਨਾ ਪੈਂਦਾ ਹੈ। ਕੋਈ ਵੀ ਤੁਸੀਂ ਲੈ ਲਓ, ਕੋਈ ਵੀ ਹਿਸਟਰੀ ਲੈ ਲਓ, ਕੋਈ ਵੀ ਸਕਸੈਸਫੁਲ ਬੰਦਾ ਲੈ ਲਓ, ਪੋਜ਼ਿਟਿਵ ਟਾਕ, ਪੋਜ਼ਿਟਿਵ ਸੈਲਫ ਟਾਕ ਕੀਤੀ ਇਨਸਾਨ ਨੇ, ਪੋਜ਼ਿਟਿਵ ਸੋਚ ਬਣਾਈ। ਕਿਉਂ ਬਣਾਈ? ਕਿਉਂਕਿ ਨੈਗੇਟਿਵ ਹਾਲਾਤਾਂ ਦੇ ਨਾਲ ਲੜਨਾ ਪਿਆ ਉਹਨੂੰ। ਇਸ ਬਿਜ਼ਨਸ 'ਚ ਵੀ ਲੜਨਾ ਪਊਗਾ, ਜ਼ਿੰਦਗੀ 'ਚ ਵੀ ਲੜਨਾ ਪਊਗਾ। ਤਿਆਰ ਹੋਵੋ ਉਹਦੇ ਲਈ। ਕੋਈ ਕਲੇਮ ਨਹੀਂ ਹੈਗਾ ਕਿ ਇਸ ਬਿਜ਼ਨਸ ਨੂੰ ਤੁਸੀਂ ਈਜ਼ੀਲੀ ਕਰ ਜਾਓਗੇ, ਲੇਕਿਨ ਕੀ ਕਰਨਾ ਵਰਥ ਹੈਗਾ, ਇਹ ਸਵਾਲ ਕਰੋ ਆਪਣੇ ਆਪ। ਕੋਈ ਕਨਵਿੰਸ ਨਹੀਂ ਕਰੇਗਾ। ਕਿਸੇ ਹੋਰ ਕੰਮ ਦੇ ਵਿੱਚ ਕੌਣ ਤੁਹਾਡੇ ਲਈ ਮੋਟੀਵੇਸ਼ਨ ਬਣਦਾ ਹੈ? ਅਗਰ ਤੁਸੀਂ ਟੀਚਰ ਹੈਗੇ ਹੋ, ਕੀ ਤੁਹਾਨੂੰ ਸੈਮੀਨਾਰ ਕੀਤੇ ਜਾਂਦੇ ਆ ਕਿ ਤੁਸੀਂ ਟੀਚਿੰਗ ਕਰੋ, ਆਪਣੇ ਬੱਚਿਆਂ ਦੇ ਲਈ ਵਧੀਆ ਤਨਖਾਹ ਕਮਾਓ? ਕੌਣ ਤੁਹਾਨੂੰ ਮੋਟੀਵੇਟ ਕਰਦਾ? ਇੱਥੇ ਵੀ ਨਹੀਂ ਹੋਏਗਾ। ਇਹ ਮੈਂ ਮੋਟੀਵੇਟ ਨਹੀਂ ਕਰ ਰਿਹਾ ਤੁਹਾਨੂੰ, ਮੈਂ ਤੁਹਾਨੂੰ ਇਨਸਪਾਇਰ ਕਰ ਰਿਹਾ। ਜਿਹੜੀਆਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘੇ ਆ, ਉਹਨਾਂ ਹਾਲਾਤਾਂ ਵਿੱਚੋਂ ਤੁਸੀਂ ਵੀ ਲੰਘ ਕੇ ਅੱਗੇ ਨਿਕਲ ਸਕਦੇ ਹੋ। ਸਿੰਦਰ ਭਾਜੀ ਦੀ ਟਾਕ ਸੁਣਦੇ ਆ, ਆਪਾਂ ਇਨਸਪਾਇਰ ਹੁੰਨੇ ਆ। ਇਫ ਹੀ ਕੈਨ ਡੂ ਇਟ, ਆਪਾਂ ਵੀ ਕਰ ਸਕਦੇ ਹਾਂ। ਕਿਉਂ ਨਹੀਂ ਹੋ ਸਕਦਾ? ਆਪਣੇ ਆਪ ਦੇ ਵਿੱਚ ਜਨੂਨ ਪੈਦਾ ਕਰੋ ਦੋਸਤੋ। ਕ੍ਰੀਏਟਿਵ ਜ਼ੋਨ 'ਚ ਰਹੋ ਹਮੇਸ਼ਾ। ਅਗਰ ਕ੍ਰੀਏਟਿਵ ਜ਼ੋਨ 'ਚ ਰਹੋਗੇ ਤਾਂ ਹੀ ਬਚੋਗੇ। ਕਿਉਂਕਿ ਜਦੋਂ ਆਪਾਂ ਸਮੁੰਦਰ ਦੇ ਵਿੱਚ, ਸਮੁੰਦਰ ਨੂੰ ਤੈਰ ਰਹੇ ਆ ਨਾ, ਜਾਂ ਇੱਕ ਨਦੀ ਨੂੰ ਤੈਰ ਕੇ ਲੰਘ ਰਹੇ ਆ, ਤਾਂ ਆਪਾਂ ਨੂੰ ਹੱਥ ਮਾਰਨੇ ਹੀ ਪੈਣੇ ਆ। ਜਦੋਂ ਹੱਥ ਪੈਰ ਮਾਰਨੇ ਛੱਡਤੇ ਨਾ, ਥੱਲੇ ਜਾਵਾਂਗੇ। ਇਸ ਬਿਜ਼ਨਸ ਦੇ ਵਿੱਚ ਮੇਨਟੇਨੈਂਸ ਕੁਛ ਨਹੀਂ ਹੈ। ਪਹਿਲਾ ਫੇਸ ਹੈਗਾ ਕ੍ਰੀਏਟਿਵ ਫੇਸ, ਦਿਸ ਇਜ਼ ਦਾ ਓਨਲੀ ਫੇਸ ਅਗਰ ਇਸ ਬਿਜ਼ਨਸ 'ਚ ਰਹਿਣਾ ਤਾਂ। ਦੂਸਰਾ ਫੇਸ ਆ ਜਾਂਦਾ ਮੇਨਟੇਨੈਂਸ ਫੇਸ। ਇੱਥੋਂ ਹੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਦੋਸਤੋ। ਇਸ ਫੇਸ ਦੇ ਵਿੱਚ ਅਗਰ ਆਪਾਂ ਹੈਗੇ ਆ, ਇਹਨੂੰ ਛੱਡ ਦਿਓ ਜਲਦੀ। ਕੰਫਰਟ ਜ਼ੋਨ ਆ ਇਹ। ਕੰਫਰਟ ਜ਼ੋਨ ਸਾਰਿਆਂ ਤੋਂ ਖਤਰਨਾਕ ਜ਼ੋਨ ਹੁੰਦਾ। ਅਗਰ ਆਪਾਂ ਜ਼ਿਆਦਾ ਦੇਰ ਇੱਥੇ ਟਿਕੇ ਰਹੇ, ਤੀਸਰਾ ਜ਼ੋਨ ਆਪਣੇ ਆਪ ਹੀ ਆ ਜਾਣਾ, ਦੈਟ ਇਜ਼ ਬਲੇਮਿੰਗ ਜ਼ੋਨ। ਬਲੇਮਿੰਗ ਫੇਸ ਦੇ ਵਿੱਚ ਆ ਜਾਂਦੇ ਆ ਜੀ, ਏਦਾਂ ਨਹੀਂ ਹੋ ਰਿਹਾ ਜੀ, ਓਦਾਂ ਨਹੀਂ ਹੋ ਰਿਹਾ ਜੀ, ਫਲਾਣੇ ਦਾ ਵੀ ਨਹੀਂ ਹੋ ਰਿਹਾ ਜੀ, ਮੇਰਾ ਵੀ ਨਹੀਂ ਹੋ ਰਿਹਾ ਜੀ। ਬਲੇਮਿੰਗ ਫੇਸ ਦੇ ਵਿੱਚ ਨਹੀਂ ਆਉਣਾ ਦੋਸਤੋ। ਔਰ ਉਸ ਤੋਂ ਬਾਅਦ ਕੀ ਹੁੰਦਾ ਪਤਾ? ਡਿਸਟਰਕਸ਼ਨ ਫੇਜ਼ ਆ ਜਾਂਦਾ ਫਿਰ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ, ਕਿਉਂਕਿ ਆਪਾਂ ਡਰੀਮਰ ਹੈਗੇ ਆ, ਕਿਉਂਕਿ ਸਾਡੇ ਗੋਲਸ ਵੱਡੇ ਹੈਗੇ ਆ, ਸਾਨੂੰ ਪਤਾ ਹੈਗਾ ਕਿ ਅਗਰ ਇਸ ਦਰਿਆ ਨੂੰ ਪਾਰ ਕਰਨਾ ਨਾ, ਹਮੇਸ਼ਾ ਆਪਾਂ ਨੂੰ ਤੈਰਦੇ ਰਹਿਣਾ ਪਏਗਾ, ਹਮੇਸ਼ਾ ਤੈਰਦੇ ਰਹਿਣਾ ਪਏਗਾ। ਕਿੰਨੀ ਦੇਰ ਤੈਰਦੇ ਰਹਿਣਾ ਪਏਗਾ? ਜਿੰਨੀ ਦੇਰ ਤੁਹਾਡਾ ਮਾਈਂਡ ਨਾ ਉਹ ਕੰਮ ਕਰਨ ਲੱਗ ਜਾਵੇ ਜਿਹੜਾ ਤੁਹਾਡਾ ਸਰੀਰ ਕਰ ਰਿਹਾ। ਹੋ ਸਕਦਾ ਤੁਹਾਨੂੰ ਐਸਟੀਪੀ ਦਿਖਾਉਣ ਦੀ ਹੀ ਲੋੜ ਨਾ ਪਵੇ, ਤੁਹਾਡੀ ਜ਼ੁਬਾਨ ਦੇ ਵਿੱਚ ਹੀ ਐਸਟੀਪੀ ਹੋ ਜਾਵੇ। ਤੁਸੀਂ ਜਦੋਂ ਕਿਸੇ ਕੋਲੇ ਬੈਠੋ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਬੋਲ ਹੀ ਐਸਟੀਪੀ ਬਣ ਜਾਣ, ਤੁਸੀਂ ਉਸ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿਓ, ਉਦੋਂ ਤੁਸੀਂ ਫ੍ਰੀडम ਹਾਸਲ ਕਰੋਗੇ। ਉਦੋਂ ਤੁਸੀਂ ਐਸੈਟ ਬਣੋਗੇ ਇਸ ਬਿਜ਼ਨਸ ਦੇ। ਉਦੋਂ ਤੁਹਾਨੂੰ ਡੁਪਲੀਕੇਟ ਕੀਤਾ ਜਾਏਗਾ, ਉਦੋਂ ਤੁਹਾਡੀ ਫ੍ਰੀडम ਆਏਗੀ ਦੋਸਤੋ। ਜਿੰਨਾ ਚਿਰ ਤੁਸੀਂ ਉਹ ਲੱਭ ਰਹੇ ਹੋ ਕਿ ਫਲਾਣਾ ਬੰਦਾ ਮੈਂ ਜੁਆਇਨ ਕਰਵਾ ਦਿੱਤਾ ਔਰ ਇਹ ਕੰਮ ਕਰੇ ਤਾਂ ਮੈਨੂੰ ਫ੍ਰੀडम ਮਿਲੇਗੀ, ਉਨੀ ਦੇਰ ਨਹੀਂ ਆਏਗੀ। ਰਿਸਕ ਲਓ, ਰਿਸਕ ਤੋਂ ਨਾ ਡਰੋ। ਕਿਸ ਚੀਜ਼ ਦਾ ਰਿਸਕ ਲੈਣਾ? ਪੈਸੇ ਦਾ? ਨਹੀਂ, ਬਿਲਕੁਲ ਨਹੀਂ। ਕਿਸੇ ਨੂੰ ਪ੍ਰੋਡਕਟ ਦੇ ਕੇ ਪੈਸੇ ਨਹੀਂ ਮੰਗਣੇ, ਬਿਲਕੁਲ ਨਹੀਂ। ਏਦਾਂ ਨਹੀਂ ਕਰਨਾ। ਪੈਸੇ ਦਾ ਰਿਸਕ ਦੀ ਨਹੀਂ ਮੈਂ ਗੱਲ ਕਰ ਰਿਹਾ। ਰਿਸਕ ਲਓ, ਨਵੀਆਂ ਲੈਗਾਂ ਲਾਓ, ਉੱਥੇ ਕੰਮ ਕਰੋ, ਬਿਨਾਂ ਇਹ ਸੋਚੇ ਕਿ ਬੰਦਾ ਕੰਮ ਕਰੇਗਾ ਕਿ ਨਹੀਂ ਕਰੇਗਾ, ਬਿਨਾਂ ਇਹ ਸੋਚੇ ਕਿ ਕਿੰਨੀ ਦੇਰ ਕਰੇਗਾ, ਉਸ ਤੋਂ ਬਾਅਦ ਛੱਡ ਜਾਏਗਾ, ਮੈਨੂੰ 3 ਮਹੀਨੇ ਮਿਹਨਤ ਕਰਨੀ ਪਏਗੀ, ਮੈਨੂੰ 4 ਮਹੀਨੇ ਕਿਤੇ ਭੱਜ ਹੀ ਨਾ ਜਾਵੇ। ਇਹ ਰਿਸਕ ਲਓ। ਕੀ ਫਰਕ ਪੈਂਦਾ ਦੋਸਤੋ? ਸਾਡੇ ਡ੍ਰੀਮ ਵੱਡੇ ਹੈਗੇ, ਅਸੀਂ ਤਾਂ ਕਰਨਾ ਹੀ ਆ। ਇਹ ਸੋਚੋ, 4 ਲੈਗਾਂ ਤੇ ਕੰਮ ਕਰੂੰ ਮੈਂ, 5 ਤੇ ਕਰੂੰ, 6 ਤੇ ਕਰੂੰ, ਸਾਰੀਆਂ ਭੱਜ ਜਾਣਗੀਆਂ ਤਾਂ ਵੀ ਕਰੂੰ। ਇਹ ਰਿਸਕ ਹੈਗਾ, ਇਹ ਰਿਸਕ ਲਓ। ਔਰ ਜਿਹੜੇ ਬੰਦੇ ਪਹਿਲਾਂ ਆਪਣੇ ਨਾਲ ਸੀਗੇ, ਮੰਨ ਲਓ ਕੋਈ ਬੰਦਾ ਛੱਡ ਕੇ ਵੀ ਚਲਾ ਗਿਆ, ਇਹ ਬਿਜ਼ਨਸ ਦੀ ਟਾਈਪ ਹੈਗੀ ਆ ਦੋਸਤੋ। ਇਹ ਫ੍ਰੀडम ਐਸੈਟ ਬੇਸਡ ਇਨਕਮ ਤਾਂ ਹੀ ਮਿਲੇਗੀ ਕਿਉਂਕਿ ਸਾਡੇ ਜਿਹੜੇ ਨਾਲ ਜੁੜਦੇ ਆ ਦੋਸਤ, ਇਹ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਦਾ ਡ੍ਰੀਮ ਕਿੰਨਾ ਵੱਡਾ ਹੈ।
ਸਾਨੂੰ ਕੋਈ ਹੱਕ ਨਹੀਂ ਹੈਗਾ ਇਹ ਸੋਚਣ ਦਾ ਕਿ ਉਹ ਬੰਦਾ ਯਾਰ ਬਿਜ਼ਨਸ ਕਰਦਾ ਰਹਿੰਦਾ ਤਾਂ ਸਾਡਾ ਇਦਾਂ ਹੋ ਜਾਣਾ ਸੀ। ਸਾਨੂੰ ਸਿਰਫ ਇੰਨਾ ਹੀ ਸੋਚਣ ਦਾ ਹੱਕ ਹੈਗਾ ਕਿ ਸਾਡੀ ਆਪਣੇ ਆਪ ਤੋਂ ਕੀ ਐਕਸਪੈਕਟੇਸ਼ਨ ਆ, ਕੀ ਮੈਂ ਕ੍ਰੀਏਟਿਵ ਜ਼ੋਨ 'ਚ ਹੈਗਾ, ਕੀ ਮੈਂ ਐਸਟੀਪੀ ਕਰ ਰਿਹਾ, ਇਹ ਸੋਚੋ, ਇਹ ਸੋਚੋ। ਇਹ ਬਿਜ਼ਨਸ ਕਰਨ ਯੋਗ ਆ ਦੋਸਤੋ, ਇਹਦੇ 'ਚੋਂ ਇੰਨੇ ਰਿਵਾਰਡਸ ਨੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਅਸੀਂ ਸਿਰਫ ਸਫਾਇਰ ਆ ਹਲੇ, ਜਦੋਂ ਡਾਇਮੰਡ ਚਲੇ ਗਏ ਪਤਾ ਨਹੀਂ ਲਾਈਫ ਸਟਾਈਲ ਕੀ ਹੋ, ਕਿੰਨੇ ਨਜ਼ਾਰੇ ਹੋਣਗੇ, ਕਿੰਨੇ ਨਜ਼ਾਰੇ ਹੋਣਗੇ। ਸਿਰਫ ਸਫਾਇਰ ਆ ਅਸੀਂ, ਲੇਕਿਨ ਜੋ ਪੀਸ ਆਫ ਮਾਈਂਡ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਨਾ, ਅੱਜ ਇੰਜੋਏ ਕਰ ਰਹੇ ਹਾਂ, ਤੁਹਾਨੂੰ ਦੱਸ ਨਹੀਂ ਸਕਦੇ। ਕਿਉਂਕਿ ਮੈਂ ਕੰਪੇਅਰ ਕਰ ਸਕਦਾ ਆਪਣੀ ਪੁਰਾਣੀ ਲਾਈਫ ਨਾਲ ਤਾਂ ਇਸ ਲਾਈਫ ਨਾਲ। ਸਾਡੇ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਲੁਧਿਆਣੇ 'ਚ ਲੱਖਾਂ ਲੋਕ ਹੋਣਗੇ, ਹਜ਼ਾਰਾਂ ਹੋਣਗੇ, ਲੇਕਿਨ ਪੀਸ ਆਫ ਮਾਈਂਡ ਦੇ ਨਾਲ ਮੁਕਾਬਲਾ ਕਰਕੇ ਦੇਖੀਏ ਆਪਾਂ, ਥਾਟ ਪ੍ਰੋਸੈਸ ਦੇ ਨਾਲ ਮੁਕਾਬਲਾ ਕਰਕੇ ਦੇਖੀਏ। ਅੱਜ ਅਸੀਂ ਸੁਸਾਇਟੀ ਬਾਰੇ ਸੋਚ ਪਾ ਰਹੇ ਹਾਂ, ਸੋਚ ਪਾ ਰਹੇ ਹਾਂ, ਕੁਝ ਕਰ ਪਾ ਰਹੇ ਹਾਂ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਆ, ਦਾਨ ਦੇ ਦਿੰਦੇ ਆ, ਲੇਕਿਨ ਕਰ ਹੀ ਨਹੀਂ ਪਾਉਂਦੇ ਕੁਝ। ਅਸੀਂ ਬਲੈਸਡ ਹੈਗੇ ਆ ਦੋਸਤੋ ਕਿ ਸਾਨੂੰ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਦੇ ਫਰਕ ਦਾ ਪਤਾ ਚੱਲ ਗਿਆ। ਅਸੀਂ ਇਸ ਜ਼ਿੰਦਗੀ ਦੇ ਵਿੱਚ ਸਾਰੇ ਤੋਂ ਵੱਡੀ ਅਚੀਵਮੈਂਟ ਇਹ ਕੀਤੀ ਆ ਕਿ ਸਾਨੂੰ ਇਹ ਪਤਾ ਚੱਲ ਗਿਆ ਕਿ ਮੇਰੇ ਥਾਟ ਪ੍ਰੋਸੈਸ ਦੇ ਵਿੱਚ ਜਿਹੜੀ ਥਾਟ ਹੁਣ ਚੱਲ ਰਹੀ ਆ, ਇਹ ਪੋਜ਼ਿਟਿਵ ਹੈਗੀ ਆ ਕਿ ਨੈਗੇਟਿਵ ਹੈਗੀ ਆ, ਇਹ ਪਤਾ ਚੱਲ ਗਿਆ। ਇਹ ਬਹੁਤ ਵੱਡਾ ਸੀਕ੍ਰੇਟ ਆ, ਇਹ ਬਹੁਤ ਵੱਡੀ ਚੀਜ਼ ਆ ਜਿਹੜੀ ਇਹ ਪਤਾ ਚੱਲ ਗਿਆ ਆਪਾਂ ਨੂੰ। ਔਰ ਜੇ ਫਿਰ ਵੀ ਆਪਾਂ ਆਪਣੇ ਦਿਮਾਗ ਦੇ ਵਿੱਚ ਉਸ ਨੈਗੇਟਿਵ ਥਾਟ ਨੂੰ ਜਗ੍ਹਾ ਦਈਏ ਤਾਂ ਉਸ ਤੋਂ ਵੱਡੀ ਖਤਰਨਾਕ ਗੱਲ ਕੋਈ ਨਹੀਂ। ਕਿਸੇ ਨੂੰ ਜ਼ਹਿਰ ਦੇ ਦਈਏ ਦੋਸਤੋ, ਉਹ ਬੰਦੇ ਦਾ ਸਰੀਰ ਖਤਮ ਹੋ ਜਾਊਗਾ, ਪਰ ਅਗਰ ਕਿਸੇ ਨੂੰ ਆਪਾਂ ਨੈਗੇਟਿਵ ਥਾਟ ਕਿਸੇ ਦੇ ਅੰਦਰ ਪੈਨੀਟ੍ਰੇਟ ਕਰ ਦਈਏ, ਉਹ ਵੀ ਖਤਮ ਹੋਏਗਾ। ਉਹਨੇ ਸਮਾਜ ਦੇ ਵਿੱਚ ਪਤਾ ਨਹੀਂ ਕਿੰਨਾ ਜ਼ਹਿਰ ਫੈਲਾ ਦੇਣਾ। ਇੰਨੀ ਖਤਰਨਾਕ ਚੀਜ਼ ਆ ਇਹ। ਆਪਣੇ ਦਿਮਾਗ ਦੇ ਅੰਦਰ ਕੋਈ ਵੀ ਨੈਗੇਟਿਵ ਥਾਟ ਨਾ ਆਉਣ ਦਿਓ। ਇਹ ਬਿਜ਼ਨਸ ਚੱਲੇਗਾ ਕਿ ਨਹੀਂ ਚੱਲੇਗਾ, ਮੇਰੇ ਵਾਸਤੇ ਚੱਲੇਗਾ ਕਿ ਨਹੀਂ ਚੱਲੇਗਾ, ਦੋਸਤੋ ਇਹ ਬਿਜ਼ਨਸ ਚੱਲੇਗਾ ਵੀ ਔਰ ਤੁਹਾਡੇ ਵਾਸਤੇ ਵੀ ਚੱਲੇਗਾ। ਕਿਉਂ ਮੈਂ ਇੰਨੇ ਵਿਸ਼ਵਾਸ ਨਾਲ ਕਹਿ ਰਿਹਾ? ਕਿਉਂਕਿ ਆਪਣੇ ਤੋਂ ਥੱਲੇ ਵਾਲੇ ਲੈਵਲ ਦੇ ਬੰਦੇ ਵੀ ਇਸ ਬਿਜ਼ਨਸ 'ਚ ਸਕਸੈਸਫੁਲ ਹੋਏ ਆ, ਔਰ ਆਪਣੇ ਤੋਂ ਜ਼ਿਆਦਾ ਪੜ੍ਹੇ ਲਿਖੇ ਵੀ ਹੋਏ ਆ, ਆਪਣੇ ਤੋਂ ਘੱਟ ਪੜ੍ਹੇ ਲਿਖੇ ਵੀ ਹੋਏ ਆ। ਡਿਸੇਬਲ ਬੰਦੇ ਵੀ ਇਸ ਬਿਜ਼ਨਸ 'ਚ ਸਕਸੈਸਫੁਲ ਹੋਏਗਾ। ਇਸ ਕਰਕੇ ਮੈਂ ਕਹਿ ਸਕਦਾ ਕਿ ਇਹ ਬਿਜ਼ਨਸ ਆਪਣੇ ਲਈ ਕੰਮ ਕਰੇਗਾ, ਬਸ਼ਰਤੇ ਕਿ ਆਪਾਂ ਇਸ ਬਿਜ਼ਨਸ ਲਈ ਕੰਮ ਕਰੀਏ। ਆਪਾਂ ਇਸ ਬਿਜ਼ਨਸ ਲਈ ਕੰਮ ਕਰੀਏ। ਕੰਮ ਚੋਰ ਬਣ ਕੇ ਦੋਸਤੋ ਕੁਛ ਨਹੀਂ ਬਣਨਾ। ਕੰਮ ਚੋਰ ਬਣ ਕੇ ਤਾਂ ਸਿਰਫ ਨੌਕਰੀਆਂ ਹੀ ਹੋਣੀਆਂ ਨੇ। ਆਰਡੀਨਰੀ ਲਾਈਫ ਸਟਾਈਲ ਹੀ ਰਹਿਣਾ, ਐਵਰੇਜ ਹੀ ਰਹਾਂਗੇ। ਅਗਰ ਐਕਸਟਰਾ ਆਰਡੀਨਰੀ ਬਣਨਾ ਨਾ, ਅਗਰ ਸੁਸਾਇਟੀ ਦੇ ਵਿੱਚ ਕੁਝ ਕਰਨਾ, ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਜਾਣਾ, ਤਾਂ ਇਹ ਬਿਜ਼ਨਸ ਤੁਹਾਨੂੰ ਕਰਨਾ ਹੀ ਪਏਗਾ, ਕਰਨਾ ਹੀ ਪਏਗਾ। ਕੋਈ ਥਾਟ ਨਹੀਂ ਹੈ। ਅਗਰ ਸਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਕਰਨਾ ਹੀ ਪਏਗਾ, ਤਾਂ ਫਿਰ ਮੇਰੇ ਦਿਮਾਗ ਦੇ ਵਿੱਚ ਨੈਗੇਟਿਵ ਥਾਟ ਮੈਂ ਕਿਉਂ ਲਿਆਵਾਂ? ਕਿਉਂ ਲੈ ਕੇ ਆਵਾਂ ਨੈਗੇਟਿਵ ਥਾਟ? ਇਹ ਨਹੀਂ ਹੋ ਰਿਹਾ ਜੀ, ਉਹ ਨਹੀਂ ਹੋ ਰਿਹਾ ਜੀ, ਕੀ ਹੈ? ਤਾਂ ਫਿਰ ਮੈਂ ਆਪਣੇ ਆਪ ਹੀ ਉਹਨਾਂ ਨੂੰ ਇਨਵਾਈਟ ਕਰੂੰਗਾ, ਥਾਟਸ ਨੂੰ ਆਪਣੇ ਆਪ ਹੀ ਕੱਢਣ ਵਾਸਤੇ ਐਫਰਟ ਕਰੂੰਗਾ। ਮੈਂ ਇਹ ਅਫੋਰਡ ਨਹੀਂ ਕਰ ਸਕਦਾ। ਅਗਰ ਮੇਰੇ ਕੋਲੇ ਕੋਈ ਨੈਗੇਟਿਵ ਬੰਦਾ ਆਏਗਾ, ਮੈਂ ਤਾਂ ਉਹਨੂੰ ਹੱਥ ਜੋੜ ਦਾਂਗਾ। ਕਿਉਂਕਿ ਮੇਰਾ ਮਾਈਂਡਸੈਟ ਬਹੁਤ ਕੀਮਤੀ ਹੈ। ਮੈਨੂੰ ਇਸ ਮਾਈਂਡਸੈਟ ਨੂੰ ਬਣਾਉਣ ਵਾਸਤੇ ਕਾਫੀ ਮਿਹਨਤ ਲੱਗੀ ਆ। ਇਸ ਕਰਕੇ ਮੈਂ ਨੈਗੇਟਿਵ ਥਾਟ ਨਹੀਂ ਆਉਣ ਦਿਆਂਗਾ। ਕਿਉਂਕਿ ਮੈਂ ਡਾਇਮੰਡ ਜਾਣਾ। ਕੌਣ ਜਾਂਦੇ ਆ ਡਾਇਮੰਡ? ਸਾਡੇ ਵਰਗੇ ਹੀ ਜਾਂਦੇ ਆ। ਕੌਣ ਜਾਂਦੇ ਆ ਡਾਇਮੰਡ? ਜਿਨ੍ਹਾਂ ਦੇ 2 ਲੱਤਾਂ ਹੁੰਦੀਆਂ ਨੇ, 2 ਹੱਥ ਹੁੰਦੇ ਆ, ਇਨਸਾਨ ਹੁੰਦੇ ਆ, ਉਹੀ ਡਾਇਮੰਡ ਜਾਂਦੇ ਆ। ਕੋਈ ਵੱਖਰੇ ਪਲੈਨਟ ਤੋਂ ਆ ਕੇ ਡਾਇਮੰਡ ਨਹੀਂ ਜਾਂਦੇ। ਕੌਣ ਜਾਂਦੇ ਆ ਡਾਇਮੰਡ? ਜਿਹੜੇ ਸੋਚਦੇ ਆ ਕਿ ਮੈਂ ਡਾਇਮੰਡ ਜਾ ਸਕਦਾ, ਉਹ ਜਾਂਦੇ ਆ ਡਾਇਮੰਡ। ਕੀ ਪੈਸੇ ਵਾਲੇ ਜਾਂਦੇ ਆ? ਕੀ ਬਹੁਤ ਵੱਡੇ ਨੈਟਵਰਕ ਵਾਲੇ ਜਾਂਦੇ ਆ? ਨੈਟਵਰਕ ਤਾਂ ਹੋਵੇ ਚਾਹੇ ਨਾ ਹੋਵੇ, ਬੰਦਾ ਧਰਤੀ ਦੇ ਵਿੱਚੋਂ ਪਾਣੀ ਕੱਢ ਲੈਂਦਾ ਜੇ ਉਹਦੇ ਅੰਦਰ ਵਿਸ਼ਵਾਸ ਹੈਗਾ। ਦਸ਼ਰਥ ਮਾਂਝੀ ਨੇ ਪਹਾੜ ਕੱਟ ਦਿੱਤਾ ਯਾਰ। ਉਹ 22 ਸਾਲ ਉਸ ਬੰਦੇ ਨੇ ਡ੍ਰੀਮ ਨੂੰ ਫੜ ਕੇ ਰੱਖਿਆ। ਕਿਹੜਾ ਬ੍ਰਿਟ ਸਿਸਟਮ ਨੂੰ ਪੜ੍ਹਦਾ ਸੀ ਉਹ? ਕਿਹੜੀ ਕਿਤਾਬ ਪੜ੍ਹਦਾ ਸੀ ਬੰਦਾ? ਕਿਹੜੀ CD ਸੁਣਦਾ ਸੀ ਉਹ? ਹਰ ਪਾਸੇ ਨੈਗੇਟਿਵਿਟੀ ਸੀ। ਹਰ ਬੰਦਾ ਉਹਨੂੰ ਪਾਗਲ ਕਹਿ ਕੇ ਲੰਘਦਾ ਸੀ। ਉਹਦੇ ਕੋਲੋਂ ਜਦੋਂ ਲੰਘਦੇ ਸੀ ਲੋਕ ਉਹਨੂੰ ਪਾਗਲ ਕਹਿੰਦੇ ਸੀ। 22 ਸਾਲ ਲੱਗਿਆ ਰਿਹਾ। ਕੈਨ ਯੂ ਇਮੇਜਿਨ? ਮੈਂ ਉਹਦੀ ਗੱਲ ਕਰਕੇ ਮੇਰੇ ਰੌਂਗਟੇ ਖੜੇ ਹੋ ਜਾਂਦੇ ਆ। ਕਿੰਨਾ ਸਟਰੋਂਗ ਡ੍ਰੀਮ ਹੋਊਗਾ ਉਸ ਬੰਦੇ ਦਾ ਯਾਰ। ਘਰ ਵਾਲੀ ਦੀ ਡੈਥ ਹੋ ਗਈ, ਲੇਕਿਨ ਉਸ ਬੰਦੇ ਨੇ ਡ੍ਰੀਮ ਨਹੀਂ ਛੱਡਿਆ। ਆਪਾਂ ਨੂੰ 4 ਬੰਦੇ ਨਾ ਕਰ ਦਿੰਦੇ ਆ, ਦੋ ਲੈਗਾਂ ਉੱਡ ਜਾਂਦੀਆਂ ਨੇ ਨਾ, ਅਸੀਂ ਸੋਚਣ ਲੱਗ ਜਾਂਦੇ ਆ ਵੀ ਹੁਣ ਕੀ ਬਣੂਗਾ।
ਹੁਣ ਉਹੀ ਬਣੂਗਾ ਜੋ ਆਪਾਂ ਬਣਾ ਰਹੇ ਹਾਂ। ਆਪਣੇ ਥਾਟ ਨੂੰ ਮਜ਼ਬੂਤ ਰੱਖੀਏ, ਆਪਾਂ ਮਜ਼ਬੂਤ ਹੋਈਏ। ਕ੍ਰੀਏਟ ਆਪਾਂ ਹੀ ਕਰਨਾ, ਹੋਰ ਕਿਸੇ ਨੇ ਆਪਣੇ ਲਈ ਨਹੀਂ ਕਰਨਾ। ਔਰ ਮੈਂ 100% ਵਿਸ਼ਵਾਸ ਨਾਲ ਕਹਿ ਸਕਦਾ ਕਿ ਤੁਸੀਂ ਕਰ ਸਕਦੇ ਹੋ, ਆਪਾਂ ਸਾਰੇ ਕਰ ਸਕਦੇ ਹਾਂ। ਬਸ ਆਪਣੇ ਅੰਦਰ ਇਹ ਵਿਸ਼ਵਾਸ ਪੈਦਾ ਕਰੋ ਕਿ ਆਈ ਕੈਨ ਡੂ ਇਟ। ਕਰਨਾ ਹੀ ਕੀ ਹੈ ਯਾਰ, ਕਰਨਾ ਹੀ ਕੀ ਹੈ, ਕੁਝ ਵੀ ਤਾਂ ਕਰਨਾ ਨਹੀਂ ਹੈਗਾ। ਸ਼ੋਅ ਦਾ ਪਲਾਨ ਕਰਨਾ, ਹਰ ਰੋਜ਼ ਲਿਸਟ ਦੇ ਉੱਤੇ ਕੰਮ ਕਰਨਾ, ਲਿਸਟ ਵੀ ਆਪਾਂ ਹੀ ਬਣਾਣੀ ਆ। ਬੰਦੇ ਕਿੱਥੋਂ ਆਣਗੇ? ਜਿੱਥੋਂ ਪਹਿਲਾਂ ਵਾਲੇ ਆਏ ਸੀ, ਪਹਿਲਾਂ ਵੀ ਆਏ ਸੀ ਨਾ। ਜਿਸ ਦਿਨ ਮੈਂ ਜੁਆਇਨ ਕੀਤਾ ਸੀ ਮੈਨੂੰ ਵੀ ਬੰਦੇ ਨਜ਼ਰ ਨਹੀਂ ਸੀ ਆ ਰਹੇ, ਪਰ ਜਦੋਂ ਡ੍ਰੀਮ ਬਣ ਗਿਆ ਬੰਦੇ ਨਜ਼ਰ ਆਉਣੇ ਸ਼ੁਰੂ ਹੋ ਗਏ। ਔਰ ਜਦੋਂ ਮੈਂ ਜੁਆਇਨ ਕੀਤਾ ਸੀ ਜਿਹੜੇ ਉਹ ਬੰਦੇ ਆਏ ਸੀ ਉਹ ਤਾਂ ਅੱਜ ਹੈ ਹੀ ਨਹੀਂ, ਉਹ ਤਾਂ ਹੈ ਹੀ ਨਹੀਂ, ਪਤਾ ਨਹੀਂ ਕਿੱਥੇ ਚਲੇ ਗਏ। ਤੇ ਹੋਰ ਨਵੇਂ ਆ ਜਾਣਗੇ। ਇਹ ਵਿਸ਼ਵਾਸ ਬਿਲਡ ਕਰੋ ਕਿ ਯੈਸ ਆਈ ਕੈਨ ਡੂ ਇਟ, ਆਈ ਕੈਨ ਡੂ ਇਟ। ਔਰ ਅਗਰ ਇਹ ਵਿਸ਼ਵਾਸ ਆਪਣੇ ਅੰਦਰ ਪੈਦਾ ਹੋ ਗਿਆ ਦੋਸਤੋ, ਨਾਟ ਓਨਲੀ ਦਿਸ ਬਿਜ਼ਨਸ, ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਧੂੜਾ ਪੱਟ ਦੋਗੇ। ਇਹ ਵਿਸ਼ਵਾਸ ਜਿਉਂਦਾ ਰੱਖੋ। ਆਪਾਂ ਨੂੰ 84 ਲੱਖ ਜੂਨਾਂ ਬਾਅਦ ਇਹ ਜ਼ਿੰਦਗੀ ਮਿਲੀ ਆ। ਆਪਣੇ ਅੰਦਰ ਡਰ ਨਹੀਂ ਆਉਣੇ ਚਾਹੀਦੇ, ਹਮੇਸ਼ਾ ਵਿਸ਼ਵਾਸ ਰਹਿਣੇ ਚਾਹੀਦੇ, ਕਿਉਂਕਿ ਪ੍ਰਮਾਤਮਾ ਸਿਰਫ ਇੱਕ ਚੀਜ਼ ਨਾਲ ਹੀ ਪਛਾਣਿਆ ਜਾਂਦਾ, ਵਿਸ਼ਵਾਸ ਕਰ। ਵਿਸ਼ਵਾਸ ਹੀ परमात्मा है, विश्वास ही परमात्मा है। कोई मस्जिद ते विश्वास करदा, कोई किसी चीज ते विश्वास करदा, कोई बंदे ते विश्वास करदा, कोई थॉट ते विश्वास करदा। विश्वास ही परमात्मा है। अगर साडे अंदर विश्वास है दोस्तों, दैट मीन साडे अंदर God +1 = मेजोरिटी। परमात्मा की शक्ति का प्रवाह होना शुरू हो जाता है। ਜਦੋਂ ਉਹ ਸ਼ਕਤੀ ਅੰਦਰ ਬੋਲਦੀ ਆ, ਉਹ ਸ਼ਕਤੀ ਅੰਦਰ ਕੰਮ ਕਰਦੀ ਹੈ, ਤਾਂ ਕਿਵੇਂ ਨਹੀਂ ਕਾਮਯਾਬੀ ਮਿਲੇਗੀ? ਕੋਈ ਲੌਜਿਕ ਨਹੀਂ ਆ ਦੋਸਤੋ, ਇਹਦੇ 'ਚ ਕੋਈ ਲੌਜਿਕ ਨਹੀਂ ਆ। ਵੱਡੀ ਕਾਮਯਾਬੀ 'ਚ ਕੋਈ ਲੌਜਿਕ ਨਹੀਂ ਕੰਮ ਕਰਦਾ, ਕੋਈ ਲੌਜਿਕ ਨਹੀਂ ਕੰਮ ਕਰਦਾ। ਸਿਰਫ ਇੱਕ ਚੀਜ਼ ਕੰਮ ਕਰਦੀ ਆ, ਵਿਸ਼ਵਾਸ। ਔਰ ਵਿਸ਼ਵਾਸ ਦਾ ਦੁਸ਼ਮਣ ਕੌਣ ਆ? ਡਰ, ਡਾਊਟ, ਕਨਫਿਊਜ਼ਨ। ਉਤਾਰ ਕੇ ਸਿੱਟ ਦੋ। ਕੋਈ ਲੌਜਿਕ ਤੁਹਾਡਾ ਕਨਫਿਊਜ਼ਨ ਕਲੀਅਰ ਨਹੀਂ ਕਰ ਸਕਦਾ। हाँ, इंस्पीरेशन कर सकती है, शायद अज तो बाद कुछ फर्क पवे, हो सकता मेरे अंदर घट विश्वास होवे, वड्डी अपलाइन नाल जाके बैठो, लेकिन विश्वास पैदा करो। कौन करेगा विश्वास पैदा? अपने आप करांगे। ये लड़ाई किने जितनी है? मैं जितनी है, मेरी लड़ाई है, मैं खुद जितांगा। कादे वास्ते जितनी है? मेरे अपने बच्चों वास्ते, मेरे अपने सुपनों वास्ते, मेरे ड्रीम्स वास्ते। मेरे ड्रीम्स बहुत इंपॉर्टेंट ने मेरे वास्ते। मैं नहीं अफोर्ड कर सकता अपने ड्रीम्स नूं छड्डना, क्योंकि मैं ड्रीम्स नूं लैके चलिया होया, मैं नहीं अफोर्ड कर सकता। मैं बहुत सीरीयस हाँ अपने ड्रीम्स के प्रति। इस करके आई कैन डू इट, इस करके आई कैन डू इट। कुछ भी करना पै जाए मैं करूंगा, कुछ भी करना पै जाए। तो दोस्तों, इस बिजनेस दे विच धूड़ा पट देनियां ने आपां। कोई भी चीज़ तुहानूं रस्ते च रोक नहीं सकती। विनोद फतेहपुरिया ते समिता भैन जी वर्गे कपल तुहानूं मिले आ, इन्हां दी दब के हैल्प लो। मैं थोनों इन्हां दी बिहाफ ते एक गल कहना चाहुंदा, और पूरा पक्का विश्वास आ कि तुहाडी सारी टीम डायमंड्स दी टीम हैगी आ। तुसीं इन्ने अच्छे कैपेबिलिटी वाले लोग हो कि सानूं तुहाडे ते 100% भरोसा हैगा कि तुसीं इतिहास रचोगे, इतिहास रचोगे। मैं प्लैटिनमशिप की गल नहीं कर रहा, मैं वड्डी गल कर रहा। और वड्डी गल करन वास्ते ਵੱਡੇ ਥਾਟ ਪ੍ਰੋਸੈਸ ਦੀ ਲੋੜ ਹੁੰਦੀ ਆ ਦੋਸਤੋ। ਔਰ ਤੁਹਾਡੇ ਤੋਂ ਇਹ ਐਕਸਪੈਕਟੇਸ਼ਨਸ ਨੇ ਸਾਨੂੰ, ਅਸੀਂ ਤੁਹਾਡੇ ਨਾਲ 100% ਤੁਹਾਡੇ ਨਾਲ। ਬਸ ਇਹ ਸਵਾਲ ਆਪਣੇ ਆਪ ਨੂੰ ਕਰੋ ਕਿ ਮੇਰੀ ਰੂਹ ਜਾਗਦੀ ਆ, ਮੇਰਾ ਸੁਪਨਾ ਜਾਗਦਾ ਹੈਗਾ, ਉਸ ਸੁਪਨੇ ਨੂੰ ਹਵਾ ਦਿਓ। ਜਿਹੜਾ ਸੁਪਨਾ ਲੈ ਕੇ ਤੁਸੀਂ ਚੱਲੇ ਹੋਏ ਹੋ ਨਾ, ਉਸ ਸੁਪਨੇ ਨੂੰ ਵੱਡਾ ਦੇਖੋ, ਕਿਉਂਕਿ ਟਰੈਕ ਤੁਹਾਡੇ ਵਾਸਤੇ ਹੀ ਆ। ਇਹ ਟਰੈਕ ਇਹ ਉਹਨਾਂ ਵਾਸਤੇ ਹੀ ਕੰਮ ਕਰਦਾ ਜਿਹੜੇ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਰਦੇ। जिस दिन वो विश्वास पक्का हो गया, तुहाडे अंदर एक जनून की ज्वाला उठेगी और वड्डियां वड्डियां चीज़ां नूं फना कर देगी दोस्तों। जनून नाल होना काम है, कोई भी वड्डा काम जनून नाल होएगा। छोटे काम एवरेज लोग कुछ भी नहीं करन दी लोड़, रूटीन च पै जाओ, सवेरे चले गए शाम नूं आ गए, उत्थे जनून की लोड़ नहीं है। लेकिन जे वड्डा काम करना, जे सुपनियां की गल करनी है, जे पुराने बंधनां नूं तोड़ना, जे फ्रीडम हासिल करनी है, ਤਾਂ ਸਾਨੂੰ ਪੈਸ਼ਨ ਦੀ ਲੋੜ ਪੈਗੀ। ਪੈਸ਼ਨ ਤੋਂ ਬਿਨਾਂ ਨਹੀਂ ਹੋਏਗਾ। 100% ਪੈਸ਼ਨ ਦੀ ਲੋੜ ਪੈਗੀ। ਔਰ ਮੈਨੂੰ 100% ਵਿਸ਼ਵਾਸ ਆ ਕਿ ਇਨਸਾਨ ਦੇ ਵਿੱਚ ਪੈਸ਼ਨ ਹੈਗਾ।
ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਲੋੜ ਆ। ਸਾਨੂੰ ਤੁਹਾਡੇ ਤੇ ਪੱਕਾ ਵਿਸ਼ਵਾਸ ਆ, ਤੁਸੀਂ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ। ਬੈਕ ਟੂ ਹੋਸਟ। Thank you, Baji. Thanks a lot. It was a wonderful talk. ਤੁਹਾਡੇ ਦਿਲ ਦੀ ਫੀਲਿੰਗ ਸਾਡੇ ਤੱਕ ਪਹੁੰਚ ਰਹੀ ਸੀ। ਅਸੀਂ ਕਰਕੇ ਦਿਖਾਵਾਂਗੇ, ਪੱਕਾ ਕਰਕੇ ਦਿਖਾਵਾਂਗੇ। ਥੈਂਕਸ ਅ ਲੋਟ। ਤੇ ਆਡੀਅנס ਅੱਜ ਜਿਹੜੇ ਵੀ ਆਪਾਂ ਲੀਡਰਸ ਆਪਸ ਚ ਬੈਠੇ ਆ, ਮੈਨੂੰ ਉਮੀਦ ਹੈ ਕਿ ਜਿਵੇਂ ਅਸੀਂ ਇੱਕ ਵੱਖਰੀ ਫੀਲਿੰਗ ਐਡ ਕੀਤੀ ਹੈ ਡ੍ਰੀਮਸ ਬਾਰੇ ਵੀ, ਬਿਜ਼ਨਸ ਬਾਰੇ ਵੀ, ਆਪਣੇ ਬਾਰੇ ਵੀ, ਮੈਨੂੰ ਉਮੀਦ ਹੈ ਕਿ ਸਾਰਿਆਂ ਨੇ ਕੁਝ ਨਾ ਕੁਝ ਐਡ ਔਨ ਬਹੁਤ ਸ਼ਾਨਦਾਰ ਕੀਤਾ ਹੋਏਗਾ। ਈਵਨ ਮੈਂ ਤਾਂ ਈਵਨ ਇਹ ਸੁਜੈਸਟ ਕਰਦਾ ਕਿ ਆਪਾਂ ਇੱਕ ਲਾਈਨ 'ਚ ਆਪਣਾ ਇੱਕ ਵਾਰ ਫੀਡਬੈਕ ਵੀ ਸ਼ੇਅਰ ਕਰੀਏ, ਕਿਉਂਕਿ ਜ਼ਰੂਰੀ ਹੈ ਇਸ ਤਰ੍ਹਾਂ ਦਾ ਇਵੈਂਟ। ਰੀਅਲੀ ਮੈਂ ਤੁਹਾਨੂੰ ਦੱਸਾਂ, ਐਨੇ ਮੈਂ BBS ਦੇਖੇ ਨੇ, FED ਦੇਖੀ ਹੈ, ਬਟ ਇਸ ਤਰ੍ਹਾਂ ਦਾ ਫੀਲਿੰਗਸ ਵਾਲਾ ਕੋਈ ਇਵੈਂਟ ਨਹੀਂ ਦੇਖਿਆ, ਹੈ ਨਾ। ਸ਼ਾਇਦ ਇਸ ਕਰਕੇ ਕਿ ਆਪਾਂ ਡਿਜੀਟਲ ਪਲੇਟਫਾਰਮ ਤੇ ਇੱਕਦਮ ਨੇੜੇ ਹੁੰਦੇ ਆ ਸਪੀਕਰ ਦੇ, ਤੇ ਅਟੈਂਟਿਵਲੀ ਜਦੋਂ ਸੁਣਦੇ ਆ ਤਾਂ ਉਹ ਸਿੱਧਾ ਆਪਣੇ ਦਿਲ ਦਿਮਾਗ 'ਚ ਗਲ ਜਾਂਦੀ ਹੈ ਫਰੈਂਡਸ। ਤਾਂ ਵੰਡਰਫੁਲ ਹੈ। ਤਾਂ ਮੈਂ ਇੱਕ ਵਾਰ ਮੈਂ ਗੈਲਰੀ ਵਿਊ ਤੇ ਆਉਣ ਲੱਗਾ ਫਰੈਂਡਸ।